ਬਹੁਤ ਹੀ ਧੂਮ-ਧਾਮ ਦੇ ਨਾਲ ਮੇਰਾ ਵਿਆਹ ਹੋਇਆ ਸੀ। ਵਿਆਹ ਦਾ ਦਿਨ ਹਰ ਇੱਕ ਲੜਕੇ ਅਤੇ ਲੜਕੀ ਦੇ ਲਈ ਸੁਪਨਿਆਂ ਭਰਿਆ ਹੁੰਦਾ ਹੈ। ਹਰ ਕੋਈ ਇਸ ਦਿਨ ਨੂੰ ਲੈ ਕੇ ਸੁਪਨੇ ਸਜਾਉਂਦਾ ਹੈ, ਆਪਣੀ ਨਵੀਂ ਜ਼ਿੰਦਗੀ ਨੂੰ ਲੈ ਕੇ ਉਤਸ਼ਾਹਿਤ ਹੁੰਦਾ ਹੈ। ਆਪਣੇ ਜੀਵਨ ਸਾਥੀ ਨੂੰ ਲੈ ਕੇ ਮਨ ਦੇ ਵਿੱਚ ਬਹੁਤ ਸਾਰੇ ਸੁਪਨੇ ਹੁੰਦੇ ਹਨ, ਪਰ ਮੇਰਾ ਦਿਲ ਇੰਨਾ ਸਾਰੇ ਜਜ਼ਬਾਤਾਂ ਅਤੇ ਭਾਵਨਾਵਾਂ ਤੋਂ ਖਾਲੀ ਸੀ। ਬਾਹਰ ਲਾਉਣ ਦੇ ਵਿੱਚ ਬੈਠਾ ਸਿਰਗੜ ਤੇ ਸਿਰਗੜ ਪੀ ਰਿਹਾ ਸੀ। ਅੱਜ ਮੇਰੀ ਸੁਹਾਗ ਰਾਤ ਸੀ। ਮੈਨੂੰ ਆਪਣੀ ਦੁਲਹਨ ਦੇ ਮਿਲਣ ਦੀ ਬੇਚੈਨੀ ਹੋਣੀ ਚਾਹੀਦੀ ਸੀ, ਪਰ ਮੇਰੇ ਦਿਲ ਦੇ ਵਿੱਚ ਉਸ ਦੇ ਲਈ ਕੋਈ ਜਜ਼ਬਾਤ ਨਹੀਂ ਸਨ। ਅਜੇ ਕੁਝ ਸਮਾਂ ਪਹਿਲਾਂ ਹੀ ਮੇਰੇ ਸਾਰੇ ਦੋਸਤ ਉੱਠ ਕੇ ਮੇਰੇ ਕੋਲੋਂ ਗਏ ਸੀ। ਉਹ ਸਾਰੇ ਮੇਰੇ ਵਿਆਹ ਦੀ ਪਹਿਲੀ ਰਾਤ ਨੂੰ ਲੈ ਕੇ ਮੇਰੇ ਨਾਲ ਮਜ਼ਾਕ ਕਰ ਰਹੇ ਸਨ ਅਤੇ ਮੈਂ ਉਹਨਾਂ ਦੀਆਂ ਗੱਲਾਂ ਤੇ ਚੁੱਪਚਾਪ ਮੁਸਕਰਾ ਰਿਹਾ ਸੀ। ਮੈਂ ਉਹਨਾਂ ਦੇ ਜਾਣ ਤੋਂ ਬਾਅਦ ਇਕੱਲਾ ਲਾਉਣ ਦੇ ਵਿੱਚ ਬੈਠਾ ਸਿਰਗਟ ਪੀ ਰਿਹਾ ਸੀ। ਮੈਂ ਪੂਰੀ ਸਿਰਗਟ ਖਤਮ ਕਰ ਲਈ, ਪਰ ਮੇਰੇ ਦਿਮਾਗ ਦਾ ਬੋਝ ਘੱਟ ਨਹੀਂ ਹੋ ਰਿਹਾ ਸੀ। ਮੈਂ ਉਸ ਲੜਕੀ ਦੇ ਨਾਲ ਨਫ਼ਰਤ ਕਰਦਾ ਸੀ ਜੋ ਮੇਰੇ ਕਮਰੇ ਦੇ ਵਿੱਚ ਦੁਲਹਨ ਬਣ ਕੇ ਬੈਠੀ ਸੀ। ਮੈਂ ਉਸ ਨੂੰ ਕਿਵੇਂ ਆਪਣੀ ਪਤਨੀ ਸਵੀਕਾਰ ਕਰ ਲੈਂਦਾ। ਮੇਰੇ ਦਿਲ ਦੇ ਵਿੱਚ ਉਸ ਦੇ ਲਈ ਕੋਈ ਭਾਵਨਾ ਨਹੀਂ ਸੀ। ਮੈਂ ਆਪਣੀ ਮਾਂ ਨੂੰ ਬਹੁਤ ਕਿਹਾ ਸੀ ਕਿ ਮੈਂ ਪ੍ਰਿਯੰਕਾ ਦੇ ਨਾਲ ਵਿਆਹ ਨਹੀਂ ਕਰਾਂਗਾ। ਮੈਂ ਕਦੇ ਵੀ ਉਸ ਦੇ ਬਾਰੇ ਉਸ ਨਜ਼ਰ ਦੇ ਨਾਲ ਨਹੀਂ ਸੋਚਿਆ, ਪਰ ਮੇਰੀ ਮਾਂ ਵੀ ਆਪਣੀ ਜਿੱਦ ਤੇ ਅੜੀ ਹੋਈ ਸੀ। ਜ਼ਬਰਦਸਤੀ ਉਸ ਨੂੰ ਮੇਰੀ ਪਤਨੀ ਬਣਾ ਦਿੱਤਾ ਗਿਆ ਅਤੇ ਹੁਣ ਉਹ ਮੇਰੇ ਕਮਰੇ ਦੇ ਵਿੱਚ ਬੈਠੀ ਮੇਰਾ ਇੰਤਜ਼ਾਰ ਕਰ ਰਹੀ ਸੀ। ਪ੍ਰਿਯੰਕਾ ਦਾ ਖਿਆਲ ਮੇਰੇ ਮਨ ਦੇ ਵਿੱਚ ਆਉਂਦੇ ਹੀ ਮੇਰਾ ਮਨ ਕੌੜਾ ਹੋ ਗਿਆ ਸੀ। ਮੈਂ ਸਿਰਗਟ ਹੇਠਾਂ ਸਿੱਟ ਦਿੱਤੀ ਅਤੇ ਉਸ ਨੂੰ ਪੈਰ ਦੇ ਹੇਠ ਮਸਲ ਦਿੱਤੀ, ਜਿਵੇਂ ਮੈਂ ਪ੍ਰਿਯੰਕਾ ਦੇ ਗਰੂਰ ਨੂੰ ਮਸਲ ਰਿਹਾ ਸੀ। ਮੈਨੂੰ ਉਹ ਲੜਕੀ ਕਦੇ ਪਸੰਦ ਨਹੀਂ ਆਈ ਸੀ। ਅਜੇ ਮੈਂ ਦੂਜੀ ਸਿਰਗਟ ਜਲਾਈ ਹੀ ਸੀ ਕਿ ਮੈਨੂੰ ਕਿਸੇ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਮੁੜ ਕੇ ਦੇਖਿਆ ਤਾਂ ਪਿੱਛੇ ਮੇਰੀ ਮਾਂ ਖੜੀ ਸੀ। ਉਹ ਮੈਨੂੰ ਅਫਸੋਸ ਭਰੀਆਂ ਨਜ਼ਰਾਂ ਦੇ ਨਾਲ ਦੇਖ ਰਹੀ ਸੀ। ਮੈਂ ਘਬਰਾ ਕੇ ਸਿੱਧਾ ਖੜਾ ਹੋ ਗਿਆ। ਮੈਂ ਕਿਹਾ, ਮਾਂ, ਤੁਸੀਂ ਇੱਥੇ ਇਸ ਸਮੇਂ ਕਿਉਂ ਆਏ ਹੋ? ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ। ਤੁਹਾਡੀ ਸਿਹਤ ਠੀਕ ਨਹੀਂ ਹੈ। ਮੇਰੀ ਮਾਂ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ ਅਤੇ ਕਹਿਣ ਲੱਗੀ, ਸਤੀਸ਼, ਇਹ ਤੁਸੀਂ ਕਿਸ ਤਰ੍ਹਾਂ ਦਾ ਹਾਲ ਬਣਾ ਰੱਖਿਆ ਹੈ? ਇਹ ਕਿਹੜਾ ਸਮਾਂ ਹੈ ਇੱਥੇ ਬਾਹਰ ਗਾਰਡਨ ਦੇ ਵਿੱਚ ਬੈਠਣ ਦਾ? ਤੈਨੂੰ ਤਾਂ ਇਸ ਸਮੇਂ ਆਪਣੇ ਕਮਰੇ ਦੇ ਵਿੱਚ ਹੋਣਾ ਚਾਹੀਦਾ ਹੈ। ਮੈਂ ਨਜ਼ਰਾਂ ਝੁਕਾ ਗਿਆ। ਮੈਂ ਕਿਹਾ, ਮਾਂ, ਮੇਰਾ ਅਜੇ ਕਮਰੇ ਦੇ ਵਿੱਚ ਜਾਣ ਦਾ ਮਨ ਨਹੀਂ ਹੈ ਅਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿਉਂ। ਮੇਰੀ ਮਾਂ ਨੇ ਮੈਨੂੰ ਘੂਰਦੇ ਹੋਏ ਕਿਹਾ, ਬੇਵਕੂਫੀ ਨਾ ਕਰੋ ਸਤੀਸ਼, ਅੱਜ ਤੁਹਾਡੇ ਵਿਆਹ ਦੀ ਪਹਿਲੀ ਰਾਤ ਹੈ ਅਤੇ ਤੁਸੀਂ ਇੱਥੇ ਬੈਠੇ ਹੋ। ਤੁਹਾਡੀ ਦੁਲਹਨ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਪ੍ਰਿਯੰਕਾ ਦਾ ਚਿਹਰਾ ਫਿਰ ਤੋਂ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ। ਮੈਂ ਗੁੱਸੇ ਨਾਲ ਕਿਹਾ, ਉਹ ਮੇਰੇ ਪਸੰਦ ਦੀ ਪਤਨੀ ਨਹੀਂ ਹੈ। ਤੁਸੀਂ ਉਸ ਨੂੰ ਬਹੂ ਬਣਾ ਕੇ ਲੈ ਕੇ ਆਂਦਾ ਹੈ ਅਤੇ ਘਰ ਦੇ ਵਿੱਚ ਬਿਠਾ ਲਿਆ ਤਾਂ ਤੁਸੀਂ ਉਸ ਨੂੰ ਆਪਣੇ ਕੋਲ ਰੱਖੋ। ਮੈਨੂੰ ਉਸ ਤੋਂ ਕੋਈ ਲੈਣਾ ਦੇਣਾ ਨਹੀਂ ਹੈ, ਬਲਕਿ ਮੈਂ ਤਾਂ ਕਹਿਣਾ ਹਾਂ ਕਿ ਤੁਸੀਂ ਉਸ ਨੂੰ ਸ਼ੀਸ਼ੇ ਦੇ ਸ਼ੋਅ ਪੀਸ ਦੇ ਵਿੱਚ ਜੜਵਾ ਲਓ ਅਤੇ ਦਿਨ ਰਾਤ ਉਸ ਦੀ ਆਰਤੀ ਕਰੋ। ਮੇਰਾ ਉਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਮੈਂ ਤੁਹਾਨੂੰ ਦੱਸ ਰਿਹਾ ਹਾਂ। ਮਾਂ ਨੇ ਗੁੱਸੇ ਦੇ ਨਾਲ ਮੇਰੀ ਬਾਂਹ ਫੜ ਕੇ ਮੈਨੂੰ ਆਪਣੇ ਵੱਲ ਘੁਮਾਇਆ ਅਤੇ ਕਹਿਣ ਲੱਗੀ, ਸਤੀਸ਼, ਇਹ ਤੁਸੀਂ ਕੀ ਕਹਿ ਰਹੇ ਹੋ? ਵਿਆਹ ਹੋ ਗਿਆ ਹੈ ਅਤੇ ਇਹ 7 ਜਨਮਾਂ ਦਾ ਰਿਸ਼ਤਾ ਹੁੰਦਾ ਹੈ। ਇਸ ਨੂੰ ਇਸ ਤਰ੍ਹਾਂ ਹੀ ਤੋੜਿਆ ਨਹੀਂ ਜਾ ਸਕਦਾ। ਤੁਸੀਂ ਪ੍ਰਿਯੰਕਾ ਤੋਂ ਇੰਨੀ ਨਫ਼ਰਤ ਕਿਉਂ ਕਰਦੇ ਹੋ? ਉਹ ਕਿੰਨੀ ਭੋਲੀ ਭਾਲੀ ਅਤੇ ਪਿਆਰੀ ਬੱਚੀ ਹੈ ਅਤੇ ਤੁਹਾਨੂੰ ਕਿੰਨਾ ਪਿਆਰ ਕਰਦੀ ਹੈ। ਮੈਂ ਮਾਂ ਦੀ ਗੱਲ ਨੂੰ ਵਿੱਚ ਵਿਚਾਲੇ ਕੱਢਦੇ ਹੋਏ ਕਿਹਾ, ਮਾਂ, ਇਹ ਪਿਆਰ ਨਹੀਂ, ਇਹ ਉਸ ਦੀ ਜਿੱਦ ਹੈ। ਉਸ ਨੇ ਮੈਨੂੰ ਹਾਸਲ ਕੀਤਾ ਹੈ, ਪਰ ਮੈਂ ਉਸ ਨੂੰ ਇਸ ਜਿੱਤ ਦਾ ਮਜ਼ਾ ਨਹੀਂ ਲੈਣ ਦਿਆਂਗਾ। ਉਸ ਨੂੰ ਅਜਿਹਾ ਸਬਕ ਸਿਖਾਵਾਂਗਾ ਕਿ ਉਹ ਪੂਰੀ ਜ਼ਿੰਦਗੀ ਯਾਦ ਰੱਖੇਗੀ। ਅਤੇ ਮਾਂ ਨੇ ਅਫਸੋਸ ਭਰੀਆਂ ਨਜ਼ਰਾਂ ਦੇ ਨਾਲ ਮੈਨੂੰ ਦੇਖਿਆ। ਮਾਂ ਕਹਿਣ ਲੱਗੀ, ਸਤੀਸ਼, ਕਿ ਤੁਸੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਦਿਨ ਨੂੰ ਨਫ਼ਰਤ ਦੇ ਵਿੱਚ ਕਿਉਂ ਬਦਲ ਰਹੇ ਹੋ? ਆਪਣਾ ਦਿਲ ਪਰੀ ਦੇ ਵੱਲੋਂ ਸਾਫ਼ ਕਰੋ ਅਤੇ ਇਸ ਰਿਸ਼ਤੇ ਦੀ ਸ਼ੁਰੂਆਤ ਕਰੋ। ਜੇਕਰ ਪ੍ਰਮਾਤਮਾ ਨੇ ਚਾਹਿਆ ਤਾਂ ਤੁਹਾਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲਣਗੀਆਂ। ਕੋਈ ਵੀ ਦੁੱਖ ਤੁਹਾਨੂੰ ਛੂਹ ਨਹੀਂ ਸਕੇਗਾ। ਪਰੀ ਬਹੁਤ ਚੰਗੀ ਲੜਕੀ ਹੈ ਅਤੇ ਹੁਣ ਉੱਠੋ ਅਤੇ ਜਾਓ ਆਪਣੇ ਕਮਰੇ ਦੇ ਵਿੱਚ। ਇਹ ਕਹਿ ਕੇ ਮੇਰੀ ਮਾਂ ਨੇ ਕੁਰਸੀ ਤੇ ਪਈ ਹੋਈ ਮੇਰੀ ਸ਼ੇਰਵਾਨੀ ਚੱਕ ਕੇ ਮੈਨੂੰ ਪਵਾਉਣੀ ਸ਼ੁਰੂ ਕਰ ਦਿੱਤੀ। ਟੁੱਟੇ ਹੋਏ ਮਨ ਦੇ ਨਾਲ ਮੈਂ ਸ਼ੇਰਵਾਨੀ ਪਾਉਣ ਲੱਗਿਆ ਅਤੇ ਮਰੇ ਕਦਮ ਚੱਕਦਾ ਹੋਇਆ ਆਪਣੀ ਮਾਂ ਦੇ ਨਾਲ ਅੰਦਰ ਦੇ ਵੱਲ ਚੱਲ ਪਿਆ। ਮੇਰੀ ਮਾਂ ਮੇਰੇ ਕਮਰੇ ਦੇ ਬਾਹਰ ਤੱਕ ਮੇਰੇ ਨਾਲ ਆਈ ਸੀ। ਸ਼ਾਇਦ ਉਹਨਾਂ ਨੂੰ ਮੇਰੇ ਤੇ ਅਜੇ ਵੀ ਯਕੀਨ ਨਹੀਂ ਸੀ ਕਿ ਕਿਤੇ ਮੈਂ ਦੁਬਾਰਾ ਦਰਵਾਜ਼ੇ ਤੋਂ ਬਾਹਰ ਹੀ ਨਾ ਮੁੜ ਜਾਵਾਂ। ਦਰਵਾਜ਼ੇ ਦੇ ਕੋਲ ਰੋਕ ਕੇ ਉਹ ਮੈਨੂੰ ਇਸ਼ਾਰਾ ਕਰਨ ਲੱਗੀ ਕਿ ਜਾਓ ਅੰਦਰ। ਮੈਂ ਬੇਵਸੀ ਦੇ ਨਾਲ ਮਾਂ ਦੇ ਵੱਲ ਦੇਖਣ ਲੱਗਿਆ। ਉਹ ਲੜਕੀ ਮੇਰੇ ਕਮਰੇ ਦੇ ਵਿੱਚ ਮੇਰੀ ਦੁਲਹਨ ਬਣ ਕੇ ਬੈਠੀ ਸੀ। ਉਹ ਸਿਰਫ ਅਤੇ ਸਿਰਫ ਮਾਂ ਦੇ ਕਾਰਨ, ਕਿਉਂਕਿ ਮੈਂ ਆਪਣੀ ਮਾਂ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਹਨਾਂ ਦੀ ਕੋਈ ਵੀ ਗੱਲ ਨੂੰ ਟਾਲ ਨਹੀਂ ਸਕਦਾ ਸੀ। ਮੈਂ ਮਜਬੂਰੀ ਦੇ ਵਿੱਚ ਕਮਰੇ ਦੇ ਦਰਵਾਜ਼ੇ ਦਾ ਹੈਂਡਲ ਘੁਮਾਇਆ ਸੀ ਅਤੇ ਜਦੋਂ ਤੱਕ ਮੈਂ ਅੰਦਰ ਨਹੀਂ ਚਲਾ ਗਿਆ, ਮਾਂ ਆਪਣੀ ਜਗ੍ਹਾ ਤੋਂ ਹਿੱਲੀ ਵੀ ਨਹੀਂ ਸੀ। ਕਮਰੇ ਦੇ ਵਿੱਚ ਦਾਖਲ ਹੁੰਦੇ ਹੀ ਮੇਰੇ ਨੱਕ ਦੇ ਵਿੱਚ ਗੁਲਾਬ ਅਤੇ ਪਰਫਿਊਮ ਦੀ ਖੁਸ਼ਬੂ ਟਕਰਾਈ ਸੀ। ਮੈਂ ਅੰਦਰ ਤੱਕ ਤਰੋ ਤਾਜ਼ਾ ਹੋ ਗਿਆ ਸੀ, ਪਰ ਬੈੱਡ ਤੇ ਬੈਠੀ ਹੋਈ ਉਸ ਲੜਕੀ ਨੂੰ ਦੇਖ ਕੇ ਮੇਰਾ
ਦਿਲ ਫਿਰ ਟੁੱਟ ਗਿਆ ਸੀ। ਗੁੱਸੇ ਦੀ ਹਾਲਤ ਦੇ ਵਿੱਚ ਮੈਂ ਸ਼ੇਰਵਾਨੀ ਲਾ ਕੇ ਦੂਰ ਸੋਫੇ ਤੇ ਸੁੱਟ ਦਿੱਤੀ, ਜੁੱਤੇ ਲਾ ਕੇ ਇੱਧਰ ਉੱਧਰ ਸੁੱਟ ਦਿੱਤੇ। ਕਿੰਨੇ ਹੱਕ ਅਤੇ ਮਾਣ ਦੇ ਨਾਲ ਉਹ ਲੜਕੀ ਮੇਰੇ ਬੈੱਡ ਤੇ ਬੈਠੀ ਸੀ। ਮੇਰਾ ਜੀ ਚਾਹੁੰਦਾ ਸੀ ਕਿ ਹੁਣੇ ਹੀ ਚੱਕ ਕੇ ਉਸ ਨੂੰ ਬਾਹਰ ਕਚਰੇ ਦੇ ਵਿੱਚ ਸੁੱਟ ਦਿਆਂ। ਕੁਝ ਸੋਚ ਕੇ ਮੈਂ ਉਸਦੇ ਸਾਹਮਣੇ ਜਾ ਕੇ ਬੈਠ ਗਿਆ ਅਤੇ ਇੱਕ ਝਟਕੇ ਦੇ ਨਾਲ ਉਸਦਾ ਘੁੰਡ ਚੱਕ ਦਿੱਤਾ। ਮੇਰੀ ਅਚਾਨਕ ਇਸ ਹਰਕਤ ਤੇ ਉਹ ਇੱਕਦਮ ਘਬਰਾ ਗਈ ਸੀ ਅਤੇ ਆਪਣੀਆਂ ਵੱਡੀਆਂ ਵੱਡੀਆਂ ਅੱਖਾਂ ਖੋਲ ਕੇ ਮੇਰੇ ਵੱਲ ਹੈਰਾਨੀ ਦੇ ਨਾਲ ਦੇਖਣ ਲੱਗੀ। ਮੈਂ ਕੁਝ ਸਮੇਂ ਤੱਕ ਉਸਦੇ ਖੂਬਸੂਰਤ ਚਿਹਰੇ ਨੂੰ ਦੇਖਦਾ ਰਿਹਾ, ਫਿਰ ਮੈਂ ਜਲਦੀ ਹੀ ਆਪਣੀ ਨਿਗਾਹ ਉਸ ਤੋਂ ਹਟਾ ਲਈ ਸੀ। ਮੈਂ ਕਿਹਾ, ਇੱਕਦਮ ਬਕਵਾਸ ਅਤੇ ਜ਼ਹਿਰ ਲੱਗ ਰਹੀ ਹੋ। ਉਹ ਸ਼ਾਇਦ ਮੇਰੇ ਮੂੰਹੋਂ ਤਾਰੀਫ ਸੁਣਨ ਦੇ ਲਈ ਇੰਨੇ ਸਮੇਂ ਦੀ ਆਪਣੇ ਮੂੰਹ ਤੇ ਘੁੰਡ ਕੱਢ ਕੇ ਬੈਠੀ ਸੀ ਕਿ ਮੈਂ ਆਵਾਂਗਾ, ਉਸ ਦਾ ਘੁੰਡ ਚੱਕਾਂਗਾ ਤੇ ਉਸਦੀ ਤਾਰੀਫ ਕਰਾਂਗਾ, ਪਰ ਮੈਂ ਉਸਦੇ ਸਾਰੀ ਇਸ਼ਾਵਾਂ ਤੇ ਪਾਣੀ ਫੇਰ ਦਿੱਤਾ ਸੀ। ਮੈਂ ਕਿਹਾ, ਤੂੰ ਪੂਰੀ ਚੰਡੇਲ ਲੱਗ ਰਹੀ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਤੁਹਾਡੇ ਚਿਹਰੇ ਤੇ ਕਿਸੇ ਨੇ ਵਾਈਟ ਰੰਗ ਮਾਰ ਦਿੱਤਾ ਹੋਵੇ। ਜੋ ਇਨਸਾਨ ਦਿਲ ਦੇ ਬਦਸੂਰਤ ਹੁੰਦੇ ਹਨ, ਉਹਨਾਂ ਦਾ ਚਿਹਰਾ ਵੀ ਬਦਸੂਰਤ ਹੀ ਹੁੰਦਾ ਹੈ ਅਤੇ ਮੈਂ ਤੁਹਾਡੇ ਦਿਲ ਦੀ ਬਦਸੂਰਤੀ ਚੰਗੀ ਤਰ੍ਹਾਂ ਦੇਖ ਲਈ ਹੈ। ਇਸ ਕਰਕੇ ਮੈਨੂੰ ਤੇਰਾ ਚਿਹਰਾ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ। ਮੇਰੀ ਇਹ ਗੱਲ ਸੁਣ ਕੇ ਉਸਦੇ ਚਿਹਰੇ ਤੇ ਇੱਕ ਹਲਕੀ ਜਿਹੀ ਮੁਸਕਾਨ ਆ ਗਈ ਸੀ ਅਤੇ ਇਹ ਮੁਸਕਾਨ ਮੇਰੇ ਦਿਲ ਤੇ ਛੁਰੀਆਂ ਚਲਾ ਰਹੀ ਸੀ। ਜੋ ਮੈਂ ਗੁੱਸੇ ਦੇ ਨਾਲ ਕੱਸ ਕੇ ਉਸਦਾ ਹੱਥ ਫੜ ਲਿਆ, ਜ਼ੋਰ ਦੀ ਦਬਾਉਂਦੇ ਹੋਏ ਕਿਹਾ, ਹੱਸ ਰਹੀ ਹੋ ਨਾ ਮੇਰੀ ਹਾਲਤ ਤੇ ਕਿ ਕਿਵੇਂ ਤੁਸੀਂ ਥੋੜੇ ਜਿਹੇ ਹੰਝੂ ਬਹਾ ਕੇ ਮੇਰੇ ਨਾਲ ਵਿਆਹ ਕਰ ਲਿਆ, ਪਰ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਜਿੱਤ ਗਏ ਹੋ। ਹੁਣ ਤੁਸੀਂ ਮੇਰੀ ਪਤਨੀ ਹੋ। ਭਲਾ ਹੀ ਮੈਂ ਤੁਹਾਨੂੰ ਪਤਨੀ ਸਵੀਕਾਰ ਕਰਾਂ ਜਾਂ ਨਾ ਕਰਾਂ, ਪਰ ਦੁਨੀਆ ਦੇ ਸਾਹਮਣੇ ਹੁਣ ਤੁਸੀਂ ਮੇਰੀ ਪਤਨੀ ਹੋ। ਮੈਂ ਤੁਹਾਨੂੰ ਪਲ ਪਲ ਅਜਿਹੀ ਸਜ਼ਾ ਦੇਵਾਂਗਾ ਕਿ ਤੁਸੀਂ ਮੇਰੇ ਤੋਂ ਛੁਟਕਾਰਾ ਪਾਉਣ ਦੇ ਲਈ ਮੇਰੇ ਸਾਹਮਣੇ ਰੋਵੋਗੇ, ਮੇਰੀਆਂ ਮਿੰਨਤਾਂ ਕਰੋਗੇ। ਮੈਂ ਤੁਹਾਨੂੰ ਇੰਨੀ ਆਸਾਨੀ ਦੇ ਨਾਲ ਆਜ਼ਾਦ ਨਹੀਂ ਕਰਾਂਗਾ, ਸਮਝੀ। ਇਹ ਕਹਿ ਕੇ ਮੈਂ ਉਸਦਾ ਹੱਥ ਜ਼ੋਰ ਦੀ ਝਟਕ ਦਿੱਤਾ ਸੀ। ਇਸ ਵਾਰ ਉਸਦੇ ਚਿਹਰੇ ਤੇ ਇੱਕ ਉਦਾਸੀ ਦਾ ਰੰਗ ਆ ਗਿਆ ਸੀ। ਕਹਿਣ ਲੱਗੀ, ਸਤੀਸ਼, ਇਸ ਤਰ੍ਹਾਂ ਵਿਵਹਾਰ ਕਿਉਂ ਕਰ ਰਹੇ ਹੋ? ਪੁਰਾਣੀਆਂ ਸਾਰੀਆਂ ਗੱਲਾਂ ਨੂੰ ਭੁੱਲ ਜਾਓ। ਅਸੀਂ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਾਂਗੇ। ਅਸੀਂ ਪਤੀ ਪਤਨੀ ਹਾਂ। ਇਸ ਤਰ੍ਹਾਂ ਦਾ ਨਫ਼ਰਤ ਅਤੇ ਗੁੱਸਾ ਸਿਹਤ ਦੇ ਲਈ ਠੀਕ ਨਹੀਂ ਹੁੰਦਾ। ਉਹ ਕਿੰਨੀ ਭੋਲੀ ਬਣ ਰਹੀ ਸੀ। ਮੇਰਾ ਜੀ ਚਾਹੁੰਦਾ ਸੀ ਕਿ ਉਸ ਦਾ ਮੂੰਹ ਤੋੜ ਦਿਆਂ। ਮੈਂ ਕਿਹਾ, ਸ਼ੁਰੂਆਤ ਤਾਂ ਇਹੋ ਜਿਹੀ ਕਰਾਂਗੇ ਕਿ ਪੂਰੀ ਜ਼ਿੰਦਗੀ ਯਾਦ ਕਰੇਗੀ। ਆਪਣੇ ਦਿਮਾਗ ਦੇ ਵਿੱਚੋਂ ਇਹ ਖਿਆਲ ਕੱਢ ਦੇ ਕਿ ਮੈਂ ਤੈਨੂੰ ਪਤਨੀ ਹੋਣ ਦਾ ਹੱਕ ਦਿਆਂਗਾ। ਤੂੰ ਮੇਰੇ ਨਾਲ ਵਿਆਹ ਤਾਂ ਕਰ ਲਿਆ ਹੈ, ਪਰ ਹੁਣ ਤੂੰ ਮੇਰੇ ਲਈ ਤਰਸ ਕੇ ਜ਼ਿੰਦਗੀ ਗੁਜ਼ਾਰੇਗੀ। ਜੇਕਰ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਮੇਰੇ ਤੋਂ ਬੁਰਾ ਕੁਝ ਨਹੀਂ ਹੋਵੇਗਾ, ਸਮਝੀ। ਜੋ ਤੂੰ ਵਿਆਹੁਤਾ ਜ਼ਿੰਦਗੀ ਦੇ ਸੁਪਨੇ ਸਜਾ ਕੇ ਸੁਹਾਗਰਾਤ ਦੇ ਇੰਤਜ਼ਾਰ ਦੇ ਵਿੱਚ ਬੈਠੀ ਹੈ, ਭੁੱਲ ਜਾ ਕਿ ਮੈਂ ਤੇਰੇ ਨਾਲ ਸੁਹਾਗਰਾਤ ਮਨਾਵਾਂਗਾ। ਮੇਰੀ ਇਸ ਗੱਲ ਤੇ ਉਹ ਕੁਝ ਸਮੇਂ ਤੱਕ ਮੈਨੂੰ ਦੇਖਦੀ ਰਹੀ ਅਤੇ ਫਿਰ ਇੱਕਦਮ ਉੱਚੀ ਉੱਚੀ ਹੱਸ ਪਈ। ਜਿਵੇਂ ਤਿਵੇਂ ਉਸਨੇ ਆਪਣੀ ਹਾਸੀ ਰੋਕੀ। ਕਹਿਣ ਲੱਗੀ, ਕਿਉਂ ਨਾ ਮਰਦ ਹੈ। ਇਸ ਗੱਲ ਤੇ ਮੇਰੇ ਅੰਦਰੋਂ ਗੁੱਸੇ ਦੀਆਂ ਲਪਟਾਂ ਨਿਕਲਣ ਲੱਗੀਆਂ। ਮੈਂ ਗੁੱਸੇ ਦੇ ਵਿੱਚ ਆ ਕੇ ਉਸ ਦੀ ਬਾਂਹ ਨੂੰ ਕੱਸ ਕੇ ਫੜ ਲਿਆ ਸੀ। ਮੈਂ ਕਿਹਾ, ਮਰਦਾਨਗੀ ਤਾਂ ਅਜਿਹੀ ਹੈ ਕਿ ਤੂੰ ਮੇਰੇ ਅੱਗੇ ਮਿੰਨਤਾਂ ਤਰਲੇ ਕਰੇਗੀ। ਮੇਰੀ ਮਰਦਾਨਗੀ ਨੂੰ ਕਦੇ ਚੈਲੰਜ ਨਾ ਕਰੀ। ਫਿਲਹਾਲ ਮੇਰੇ ਬੈੱਡ ਤੋਂ ਹੁਣੇ ਦੀ ਹੁਣੇ ਹਟ ਜਾ। ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਿ ਮੇਰੇ ਨਾਲ ਮੇਰੇ ਬੈੱਡ ਤੇ ਕੋਈ ਹੋਰ ਪਵੇ। ਇਹ ਕਹਿ ਕੇ ਮੈਂ ਉਸਨੂੰ ਦੂਰ ਧੱਕਾ ਦੇ ਦਿੱਤਾ ਸੀ ਅਤੇ ਆਪਣੇ ਹੱਥ ਦੇ ਵਿੱਚ ਪਾਈ ਹੋਈ ਅੰਗੂਠੀ ਉਤਾਰ ਕੇ ਸਾਈਡ ਟੇਬਲ ਤੇ ਰੱਖਣ ਲੱਗਿਆ। ਉਹ ਕਹਿਣ ਲੱਗੀ, ਸਤੀਸ਼, ਤੁਸੀਂ ਪਾਗਲ ਹੋ ਗਏ ਹੋ। ਹੁਣ ਮੈਂ ਤੁਹਾਡੀ ਪਤਨੀ ਹਾਂ ਤਾਂ ਇਹ ਬੈੱਡ ਮੇਰਾ ਵੀ ਹੈ। ਮੈਂ ਇੱਥੋਂ ਕਿਤੇ ਜਾਣ ਵਾਲੀ ਨਹੀਂ ਹਾਂ ਅਤੇ ਮੈਨੂੰ ਬੈੱਡ ਤੋਂ ਇਲਾਵਾ ਕਿਤੇ ਨੀਂਦ ਨਹੀਂ ਆਉਂਦੀ। ਜੇਕਰ ਤੈਨੂੰ ਜ਼ਿਆਦਾ ਦਿੱਕਤ ਹੈ ਤਾਂ ਜਾ ਕੇ ਹੇਠਾਂ ਸੌਂ ਜਾ ਜਾਂ ਫਿਰ ਸੋਫੇ ਤੇ ਸੌਂ ਜਾ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਉਹ ਹੌਲੀ ਹੌਲੀ ਆਪਣੇ ਅਸਲੀ ਰੰਗ ਦੇ ਵਿੱਚ ਮੋੜਨ ਲੱਗੀ ਸੀ। ਮੈਂ ਉਸ ਨੂੰ ਸਿਰਫ ਗੁੱਸੇ ਨਾਲ ਘੂਰ ਕੇ ਦੇਖਦਾ ਰਹਿ ਗਿਆ ਸੀ। ਉਹ ਲਹਿੰਗਾ ਸੰਭਾਲਦੀ ਹੋਈ ਬੈੱਡ ਤੋਂ ਹੇਠਾਂ ਉਤਰੀ ਅਤੇ ਇੱਕ ਕਾਟਨ ਦਾ ਸੂਟ ਲੈ ਕੇ ਬਾਥਰੂਮ ਦੇ ਵਿੱਚ ਚਲੀ ਗਈ। ਥੋੜੇ ਸਮੇਂ ਬਾਅਦ ਫਰੈਸ਼ ਹੋ ਕੇ ਬਾਹਰ ਆਈ। ਉਹ ਇਸ ਸੂਟ ਦੇ ਵਿੱਚ ਵੀ ਬਹੁਤ ਪਿਆਰੀ ਲੱਗ ਰਹੀ ਸੀ। ਮੈਂ ਜਲਦੀ ਨਾਲ ਆਪਣੀਆਂ ਨਜ਼ਰਾਂ ਉਸ ਤੋਂ ਹਟਾ ਲਈਆਂ ਸਨ। ਮੈਂ ਉਸਦੇ ਲਈ ਆਪਣੇ ਦਿਲ ਦੇ ਵਿੱਚ ਕੋਈ ਜਜ਼ਬਾਤ ਪੈਦਾ ਨਹੀਂ ਕਰਨਾ ਚਾਹੁੰਦਾ ਸੀ। ਮੈਂ ਵੀ ਆਪਣਾ ਨਾਈਟ ਸੂਟ ਕੱਢਿਆ ਤੇ ਬਾਥਰੂਮ ਦੇ ਵਿੱਚ ਚਲਾ ਗਿਆ। ਜਦੋਂ ਮੈਂ ਬਾਹਰ ਆਇਆ ਤਾਂ ਉਹ ਬੈੱਡ ਤੇ ਪੂਰੇ ਆਰਾਮ ਦੇ ਨਾਲ ਲੇਟੀ ਹੋਈ ਸੀ। ਮੈਨੂੰ ਉਸ ਤੇ ਫਿਰ ਤੋਂ ਗੁੱਸਾ ਆਉਣ ਲੱਗਿਆ। ਮੈਂ ਕਿਹਾ, ਪ੍ਰਿੰਕਾ, ਮੈਂ ਤੈਨੂੰ ਕਿਹਾ ਸੀ ਨਾ ਕਿ ਮੈਨੂੰ ਆਪਣਾ ਬੈੱਡ ਕਿਸੇ ਨਾਲ ਸ਼ੇਅਰ ਕਰਨ ਦੀ ਆਦਤ ਨਹੀਂ। ਤਾਂ ਉਹ ਪਈ ਹੋਈ ਹੀ ਬੋਲੀ ਕਿ ਮੈਂ ਵੀ ਤੈਨੂੰ ਕਿਹਾ ਸੀ ਨਾ ਕਿ ਮੈਨੂੰ ਬੈੱਡ ਤੋਂ ਬਿਨਾਂ ਕਿਤੇ ਨੀਂਦ ਨਹੀਂ ਆਉਂਦੀ। ਇਹ ਕਹਿ ਕੇ ਉਸਨੇ ਸਿਰਹਾਣਾ ਚੱਕਿਆ ਅਤੇ ਉਸਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਕੇ ਪੈ ਗਈ। ਉਸਦੀ ਇਸ ਬੇਪਰਵਾਹੀ ਨੂੰ ਦੇਖ ਕੇ ਗੁੱਸੇ ਦੇ ਮਾਰੇ ਮੇਰਾ ਪਾਰਾ ਚੜ ਗਿਆ ਸੀ। ਮੈਂ ਉਸਨੂੰ ਆਪਣੀਆਂ ਬਾਹਾਂ ਦੇ ਵਿੱਚ ਚੱਕਿਆ। ਇਸ ਹਰਕਤ ਦੇ ਨਾਲ ਉਹ ਇੱਕਦਮ ਹੈਰਾਨ ਹੋ ਗਈ। ਕਹਿਣ ਲੱਗੀ, ਕੀ ਕਰ ਰਹੇ ਹੋ ਸਤੀਸ਼? ਛੱਡੋ ਮੈਨੂੰ। ਮੈਂ ਹੌਲੀ ਹੌਲੀ ਸੋਫੇ ਦੇ ਵੱਲ ਵਧਿਆ ਅਤੇ ਉਸਨੂੰ ਜ਼ੋਰ ਦੀ ਸੋਫੇ ਤੇ ਸੁੱਟ ਦਿੱਤਾ। ਮੈਂ ਕਿਹਾ, ਤੇਰੀ ਜਗ੍ਹਾ ਇੱਥੇ ਹੈ। ਮੇਰੇ ਬੈੱਡ ਤੇ ਆਉਣ ਦੀ ਕੋਸ਼ਿਸ਼ ਨਾ ਕਰੀ, ਨਹੀਂ ਤਾਂ ਅਗਲੀ ਵਾਰ ਚੱਕ ਕੇ ਬਾਹਰ ਲਾਉਣ ਦੇ ਵਿੱਚ ਸਿੱਟ ਦਿਆਂਗਾ। ਉਸਨੇ ਸੋਫੇ ਤੇ ਸਿੱਟਣ ਦੇ ਕਾਰਨ ਸ਼ਾਇਦ ਉਸਦੀ ਕਮਰ ਦੇ ਵਿੱਚ ਸੱਟ ਲੱਗ ਗਈ ਸੀ। ਉਹ ਆਪਣੀ ਕਮਰ ਫੜ ਕੇ ਚੁੱਪਚਾਪ ਬੈਠ ਗਈ, ਪਰ ਮੈਨੂੰ ਉਸਦੀ ਕੋਈ ਪਰਵਾਹ ਨਹੀਂ ਸੀ। ਮੈਂ ਆਰਾਮ ਦੇ ਨਾਲ ਆਪਣੇ ਬੈੱਡ ਤੇ ਲੇਟ ਗਿਆ। ਥੋੜੇ ਸਮੇਂ ਤੱਕ ਉਹ ਮੈਨੂੰ ਗੁੱਸੇ
ਗੁੱਸੇ ਨਾਲ ਘੂਰਦੀ ਰਹੀ ਅਤੇ ਮੂੰਹ ਦੇ ਵਿੱਚ ਕੁਝ ਬੋਲਦੀ ਰਹੀ, ਪਰ ਮੈਂ ਆਪਣੇ ਕੰਨਾਂ ਦੇ ਵਿੱਚ ਉਂਗਲੀਆਂ ਪਾ ਲਈਆਂ ਸਨ। ਥੱਕ ਹਾਰ ਕੇ ਉਹ ਉੱਥੇ ਹੀ ਸੋਫੇ ਤੇ ਚਾਦਰ ਲੈ ਕੇ ਸੌਂ ਗਈ ਸੀ। ਦਿਨ ਭਰ ਦੇ ਵਿਆਹ ਦੀ ਭੱਜ ਦੌੜ ਦੇ ਕਾਰਨ ਮੈਂ ਵੀ ਥੱਕ ਗਿਆ ਸੀ, ਇਸ ਕਰਕੇ ਨੀਂਦ ਤਾਂ ਮੈਨੂੰ ਵੀ ਆ ਰਹੀ ਸੀ, ਪਰ ਮੇਰਾ ਦਿਮਾਗ ਕਿਤੇ ਹੋਰ ਉਲਝਿਆ ਹੋਇਆ ਸੀ। ਮੈਂ ਇੱਕ ਨਿਗਾਹ ਸੋਈ ਹੋਈ ਪ੍ਰਿਯੰਕਾ ਤੇ ਮਾਰੀ ਸੀ। ਘਰ ਦੇ ਵਿੱਚ ਸਾਰੇ ਉਸ ਨੂੰ ਪਰੀ ਕਹਿ ਕੇ ਬੁਲਾਉਂਦੇ ਸਨ ਅਤੇ ਉਹ ਸੱਚਮੁੱਚ ਕਿਸੇ ਪਰੀ ਦੀ ਤਰ੍ਹਾਂ ਹੀ ਸੀ, ਖੂਬਸੂਰਤ ਅਤੇ ਮਾਸੂਮ, ਪਰ ਉਹ ਘਮੰਡੀ ਵੀ ਬਹੁਤ ਸੀ। ਅਜਿਹਾ ਮੇਰਾ ਮੰਨਣਾ ਸੀ, ਪਰ ਮੇਰੀ ਮਾਂ ਦਾ ਕਹਿਣਾ ਸੀ ਕਿ ਉਹ ਬਹੁਤ ਜ਼ਿਆਦਾ ਪਿਆਰੀ ਅਤੇ ਸੰਸਕਾਰੀ ਬੱਚੀ ਹੈ। ਮੇਰੇ ਦਿਲ ਦੇ ਵਿੱਚ ਉਸ ਦੇ ਲਈ ਕੌੜਾਪਣ ਭਰਿਆ ਹੋਇਆ ਸੀ। ਮੇਰਾ ਦਿਮਾਗ ਹੌਲੀ-ਹੌਲੀ ਬੀਤੇ ਹੋਏ ਸਮੇਂ ਦੇ ਵਿੱਚ ਉਲਝਣ ਲੱਗਿਆ। ਮੈਂ ਬੀਤੇ ਹੋਏ ਸਮੇਂ ਦੀਆਂ ਯਾਦਾਂ ਦੇ ਵਿੱਚ ਉਲਝਣਾ ਨਹੀਂ ਚਾਹੁੰਦਾ ਸੀ, ਪਰ ਫਿਰ ਵੀ ਮੇਰੇ ਮਨ ਦੇ ਵਿੱਚ ਉਹ ਯਾਦਾਂ ਮੁੜਨ ਲੱਗੀਆਂ। ਮੇਰੇ ਪਾਪਾ ਅਤੇ ਪ੍ਰਿਯੰਕਾ ਦੇ ਪਾਪਾ ਬਿਜ਼ਨਸ ਪਾਰਟਨਰ ਸਨ, ਪਰ ਇੱਕ ਵਾਰ ਸਾਡੀ ਫੈਕਟਰੀ ਦੇ ਵਿੱਚ ਅੱਗ ਲੱਗ ਗਈ ਅਤੇ ਸਭ ਕੁਝ ਬਰਬਾਦ ਹੋ ਗਿਆ। ਦੋਵੇਂ ਪਰਿਵਾਰ ਬਰਬਾਦ ਹੋ ਗਏ ਸਨ ਤੇ ਸੜਕ ਤੇ ਆ ਗਏ। ਉਸ ਸਮੇਂ ਮੈਂ 10 ਸਾਲ ਦਾ ਸੀ ਅਤੇ ਪਰੀ ਸਿਰਫ 5 ਸਾਲ ਦੀ ਸੀ। ਮੇਰੇ ਪਾਪਾ ਅਤੇ ਪ੍ਰਿਯੰਕਾ ਦੇ ਪਾਪਾ ਨੇ ਇਸ ਮੁਸ਼ਕਲ ਦਾ ਸਾਹਮਣਾ ਡਟ ਕੇ ਕੀਤਾ। ਦੋਨਾਂ ਦੀ ਗੂੜੀ ਦੋਸਤੀ ਸੀ, ਇਸ ਕਰਕੇ ਉਹਨਾਂ ਦੋਨਾਂ ਨੇ ਇੱਕ ਦੂਜੇ ਦਾ ਸਾਥ ਨਹੀਂ ਛੱਡਿਆ। ਕਿਸਮਤ ਨੇ ਫਿਰ ਤੋਂ ਸਾਥ ਦਿੱਤਾ ਅਤੇ ਪਾਪਾ ਨੂੰ ਦੁਬਈ ਦੇ ਵਿੱਚ ਇੱਕ ਚੰਗੀ ਨੌਕਰੀ ਦੀ। ਹਾਲਾਂਕਿ ਮੇਰੇ ਪਾਪਾ ਸਾਨੂੰ ਸਾਰਿਆਂ ਨੂੰ ਛੱਡ ਕੇ ਇੰਨੀ ਦੂਰ ਨਹੀਂ ਜਾਣਾ ਚਾਹੁੰਦੇ ਸਨ, ਪਰ ਰਾਹੁਲ ਅੰਕਲ ਨੇ ਪਾਪਾ ਨੂੰ ਸਮਝਾਇਆ ਕਿ ਜਰ ਸਮੇਤ ਸਮਝਣ ਦੀ ਕੋਸ਼ਿਸ਼ ਕਰ। ਇਸ ਤਰ੍ਹਾਂ ਦੇ ਸਾਡੇ ਹਾਲਾਤ ਹਨ। ਜੇਕਰ ਹੁਣੇ ਅਸੀਂ ਇਹ ਰਿਸਕ ਨਹੀਂ ਲਿਆ ਤਾਂ ਪੂਰੀ ਜ਼ਿੰਦਗੀ ਸਾਡੀ ਇਸ ਤਰ੍ਹਾਂ ਹੀ ਲੰਘ ਜਾਵੇਗੀ। ਮੈਂ ਹਾਂ ਨਾ ਇੱਥੇ ਤੇਰੇ ਬੇਟੇ ਅਤੇ ਭਾਬੀ ਦਾ ਖਿਆਲ ਰੱਖਾਂਗਾ। ਤੁਸੀਂ ਜਾਓ, ਪੈਸੇ ਭੇਜੋ ਅਤੇ ਮੈਂ ਇੱਥੇ ਨਵੇਂ ਬਿਜ਼ਨਸ ਦੀ ਸ਼ੁਰੂਆਤ ਕਰਾਂਗਾ। ਜਦੋਂ ਸਾਡਾ ਇੱਥੇ ਬਿਜ਼ਨਸ ਦੁਬਾਰਾ ਤੋਂ ਚੱਲ ਪਵੇਗਾ ਤਾਂ ਤੁਸੀਂ ਨੌਕਰੀ ਛੱਡ ਕੇ ਇੱਥੇ ਆ ਜਾਇਓ। ਫਿਰ ਅਸੀਂ ਮਿਲ ਕੇ ਆਪਣੇ ਬਿਜ਼ਨਸ ਨੂੰ ਉਚਾਈ ਤੱਕ ਲੈ ਕੇ ਜਾਵਾਂਗੇ। ਰਾਹੁਲ ਅੰਕਲ ਦੀ ਗੱਲ ਸੁਣ ਕੇ ਪਾਪਾ ਮੰਨ ਗਏ, ਸਾਨੂੰ ਛੱਡ ਕੇ ਦੁਬਈ ਚਲੇ ਗਏ। ਇਸ ਸਮੇਂ ਸਾਡੇ ਮਕਾਨ ਵੀ ਸਾਡੇ ਹੱਥੋਂ ਨਿਕਲ ਗਏ ਕਿਉਂਕਿ ਲੋਕਾਂ ਦਾ ਕਰਜ਼ਾ ਮੋੜਨਾ ਸੀ। ਇਸ ਕਰਕੇ ਰਾਹੁਲ ਅੰਕਲ ਨੇ ਘਰ ਵੇਚ ਕੇ ਲੋਕਾਂ ਦਾ ਕਰਜ਼ਾ ਚੁਕਾ ਦਿੱਤਾ ਸੀ। ਉਹਨਾਂ ਨੇ ਇੱਕ ਕਿਰਾਏ ਦਾ ਮਕਾਨ ਲਿਆ ਜਿੱਥੇ ਅਸੀਂ ਉੱਪਰ ਰਹਿੰਦੇ ਅਤੇ ਰਾਹੁਲ ਅੰਕਲ ਆਪਣੀ ਫੈਮਿਲੀ ਦੇ ਨਾਲ ਹੇਠਾਂ ਰਹਿੰਦੇ ਸਨ। ਰਾਹੁਲ ਅੰਕਲ ਨੂੰ ਬਿਜ਼ਨਸ ਦੀ ਚੰਗੀ ਸਮਝ ਸੀ। ਉਹਨਾਂ ਨੇ ਹੌਲੀ-ਹੌਲੀ ਬਿਜ਼ਨਸ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ। ਉਧਰ ਪਾਪਾ ਦਿਨ ਰਾਤ ਦੁਬਈ ਦੇ ਵਿੱਚ ਮਿਹਨਤ ਕਰ ਰਹੇ ਸਨ ਅਤੇ ਸਾਰਾ ਪੈਸਾ ਰਾਹੁਲ ਅੰਕਲ ਦੇ ਅਕਾਊਂਟ ਦੇ ਵਿੱਚ ਪਾ ਰਹੇ ਸਨ। ਉਸ ਸਮੇਂ ਰਾਹੁਲ ਅੰਕਲ ਸਾਡੇ ਨਾਲ ਬਹੁਤ ਚੰਗਾ ਵਿਵਹਾਰ ਕਰਦੇ ਸਨ, ਸਾਡੀ ਹਰ ਇੱਕ ਜ਼ਰੂਰਤ ਦਾ ਖਿਆਲ ਰੱਖਦੇ ਅਤੇ ਫਿਰ ਹੌਲੀ-ਹੌਲੀ ਰਾਹੁਲ ਅੰਕਲ ਦੀ ਮਿਹਨਤ ਦੇ ਨਾਲ ਬਿਜ਼ਨਸ ਵਧਣ ਲੱਗਿਆ ਸੀ ਅਤੇ ਉਹਨਾਂ ਨੇ ਇੱਕ ਨਵਾਂ ਮਕਾਨ ਵੀ ਖਰੀਦ ਲਿਆ ਸੀ। ਇੱਥੇ ਵੀ ਉਹਨਾਂ ਨੇ ਸਾਡਾ ਸਾਥ ਨਹੀਂ ਛੱਡਿਆ ਸੀ, ਸਾਨੂੰ ਆਪਣੇ ਨਾਲ ਆਪਣੇ ਨਵੇਂ ਘਰ ਦੇ ਵਿੱਚ ਰੱਖਿਆ ਸੀ ਜਿਵੇਂ ਅਸੀਂ ਪਹਿਲਾਂ ਰਹਿੰਦੇ ਸੀ। ਉੱਪਰ ਅਸੀਂ ਤੇ ਨੀਚੇ ਰਾਹੁਲ ਅੰਕਲ ਦੀ ਫੈਮਿਲੀ। ਬਿਜ਼ਨਸ ਦਿਨ ਰਾਤ ਤਰੱਕੀ ਕਰਦਾ ਜਾ ਰਿਹਾ ਸੀ ਅਤੇ ਪਾਪਾ ਨੇ ਇੰਡੀਆ ਦੇ ਵਿੱਚ ਵਾਪਸ ਮੁੜਨ ਦਾ ਫੈਸਲਾ ਕਰ ਲਿਆ, ਪਰ ਕਿਸਮਤ ਨੇ ਫਿਰ ਧੋਖਾ ਦੇ ਦਿੱਤਾ। ਜਿਸ ਪਲੇਨ ਤੋਂ ਪਾਪਾ ਵਾਪਸ ਮੁੜ ਰਹੇ ਸਨ ਉਹ ਪਲੇਨ ਕ੍ਰੈਸ਼ ਹੋ ਗਿਆ ਅਤੇ ਪਾਪਾ ਦੀ ਮੌਤ ਹੋ ਗਈ। ਇਹ ਹਾਦਸਾ ਮੇਰੇ ਅਤੇ ਮੇਰੀ ਮਾਂ ਦੇ ਲਈ ਬਹੁਤ ਵੱਡਾ ਸੀ। ਪਾਪਾ ਪਿਛਲੇ 5 ਸਾਲਾਂ ਤੋਂ ਦੁਬਈ ਦੇ ਵਿੱਚ ਸਾਡੇ ਚੰਗੇ ਭਵਿੱਖ ਦੇ ਲਈ ਮਿਹਨਤ ਕਰ ਰਹੇ ਸਨ। ਉਹ ਸੋਚਦੇ ਸਨ ਕਿ ਕੁਝ ਪੈਸੇ ਇਕੱਠੇ ਕਰ ਲੈਣਗੇ ਅਤੇ ਫਿਰ ਹਮੇਸ਼ਾ ਦੇ ਲਈ ਇੰਡੀਆ ਵਾਪਸ ਆ ਜਾਣਗੇ, ਪਰ ਕਿਸਮਤ ਦੇ ਵਿੱਚ ਕੁਝ ਹੋਰ ਹੀ ਲਿਖਿਆ ਸੀ। ਉਹ ਆਪਣੇ ਬੱਚੇ ਅਤੇ ਆਪਣੀ ਪਤਨੀ ਦੇ ਲਈ ਵਾਪਸ ਆਪਣੇ ਦੇਸ਼ ਦੇ ਵਿੱਚ ਆ ਰਹੇ ਸਨ, ਪਰ ਮੌਤ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਪਾਪਾ ਦੇ ਜਾਣ ਤੋਂ ਬਾਅਦ ਮੈਂ ਅਤੇ ਮੇਰੀ ਮਾਂ ਬਿਲਕੁਲ ਇਕੱਲੇ ਰਹਿ ਗਏ ਸੀ। ਮੈਂ ਉਸ ਸਮੇਂ 15 ਸਾਲ ਦਾ ਸੀ ਅਤੇ ਪਰੀ 10 ਸਾਲ ਦੀ ਸੀ। ਪਰੀ ਹਮੇਸ਼ਾ ਤੋਂ ਹੀ ਮੈਨੂੰ ਘਮੰਡੀ ਲੜਕੀ ਲੱਗਦੀ ਸੀ। ਘਰ ਦੇ ਵਿੱਚ ਉਹ ਸਾਰਿਆਂ ਦੀ ਲਾਡਲੀ ਸੀ ਅਤੇ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ। ਪਰੀ ਨੂੰ ਆਦਤ ਸੀ ਮੈਨੂੰ ਝਿੜਕ ਪਵਾਉਣ ਦੀ। ਮੇਰੀ ਮਾਂ ਵੀ ਪਰੀ ਨੂੰ ਬਹੁਤ ਚਾਹੁੰਦੀ ਸੀ ਅਤੇ ਹਮੇਸ਼ਾ ਮੈਨੂੰ ਉਸ ਦੇ ਕਹਿਣ ਤੇ ਝਿੜਕ ਵੀ ਦਿੰਦੀ ਸੀ। ਪਾਪਾ ਦੇ ਚਲੇ ਜਾਣ ਤੋਂ ਬਾਅਦ ਜਿਵੇਂ ਸਭ ਕੁਝ ਬਦਲ ਗਿਆ ਸੀ। ਰਾਹੁਲ ਅੰਕਲ ਅਤੇ ਪਰੀ ਦੀ ਮਾਂ ਜੋ ਪਹਿਲਾਂ ਸਾਡੇ ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਆਉਂਦੇ ਸਨ, ਹੁਣ ਉਹ ਸਾਡੇ ਤੋਂ ਕਿਨਾਰਾ ਕਰਨ ਲੱਗੇ ਸੀ ਅਤੇ ਫਿਰ ਮੈਨੂੰ ਪਤਾ ਲੱਗਿਆ ਕਿ ਪਾਪਾ ਨੇ ਸਾਰਾ ਪੈਸਾ ਰਾਹੁਲ ਅੰਕਲ ਨੂੰ ਭੇਜਿਆ ਸੀ। ਸਾਡੇ ਨਾਮ ਤੇ ਤਾਂ ਕੁਝ ਵੀ ਨਹੀਂ ਸੀ। ਜੋ ਬਿਜ਼ਨਸ ਅਤੇ ਮਕਾਨ ਸੀ ਉਹ ਸਭ ਕੁਝ ਰਾਹੁਲ ਅੰਕਲ ਦੇ ਨਾਮ ਤੇ ਸੀ। ਮੇਰੀ ਮਾਂ ਨੂੰ ਤਾਂ ਕਦੇ ਪਤਾ ਹੀ ਨਹੀਂ ਲੱਗਿਆ ਸੀ ਕਿ ਪਾਪਾ ਸਾਰਾ ਪੈਸਾ ਰਾਹੁਲ ਅੰਕਲ ਦੇ ਕੋਲ ਭੇਜ ਰਹੇ ਸਨ। ਮਾਂ ਨੂੰ ਤਾਂ ਇਹੀ ਲੱਗਦਾ ਸੀ ਕਿ ਪਾਪਾ ਖਰਚੇ ਦੇ ਲਈ ਪੈਸੇ ਭੇਜਦੇ ਹਨ ਅਤੇ ਬਾਕੀ ਪੈਸੇ ਉਹ ਆਪਣੇ ਨਾਲ ਲੈ ਕੇ ਆਉਣਗੇ। ਪਾਪਾ ਦੇ ਜਾਣ ਤੋਂ ਬਾਅਦ ਮਾਂ ਨੇ ਪਿੰਡ ਜਾਣ ਦਾ ਫੈਸਲਾ ਕਰ ਲਿਆ। ਉਹਨਾਂ ਨੇ ਆਪਣਾ ਸਮਾਨ ਪੈਕ ਕੀਤਾ ਅਤੇ ਕਿਹਾ ਕਿ ਪਿੰਡ ਜਾ ਕੇ ਅਸੀਂ ਜਿਵੇਂ ਤਿਵੇਂ ਆਪਣਾ ਗੁਜ਼ਾਰਾ ਕਰ ਲਵਾਂਗੇ, ਪਰ ਰਾਹੁਲ ਅੰਕਲ ਨੇ ਦਿਲ ਵੱਡਾ ਕੀਤਾ ਅਤੇ ਕਿਹਾ, ਭਾਬੀ ਮੈਂ ਸਮਿਤ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੁਹਾਡਾ ਸਾਰਿਆਂ ਦਾ ਖਿਆਲ ਰੱਖਾਂਗਾ, ਤੁਸੀਂ ਕਿਤੇ ਨਾ ਜਾਓ, ਤੁਸੀਂ ਇਸ ਘਰ ਦੇ ਵਿੱਚ ਆਰਾਮ ਦੇ ਨਾਲ ਰਹੋ। ਮਾਂ ਦੇ ਲਈ ਇਹ ਇੱਕ ਆਰਾਮ ਦੇਣ ਵਾਲੀ ਗੱਲ ਸੀ, ਪਰ ਪਰੀ ਦੀ ਮਾਂ ਨੂੰ ਇਹ ਗੱਲ ਪਸੰਦ ਨਹੀਂ ਸੀ। ਪਰ ਫਿਰ ਵੀ ਰਾਹੁਲ ਅੰਕਲ ਦੇ ਕਹਿਣ ਤੇ ਉਹਨਾਂ ਨੇ ਸਾਨੂੰ ਘਰ ਦੇ ਵਿੱਚ ਰਹਿਣ ਦਿੱਤਾ। ਅਸੀਂ ਉਸ ਘਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ, ਪਰ ਹੁਣ ਪਹਿਲਾਂ ਵਰਗੀ ਗੱਲ ਨਹੀਂ ਰਹੀ ਸੀ। ਮੈਂ ਘਰ ਦੇ ਬਾਹਰ ਦੇ ਸਾਰੇ ਕੰਮ ਕਰਦਾ, ਰਾਸ਼ਨ ਪਾਣੀ, ਬਿਜਲੀ ਦੇ ਬਿੱਲ ਅਤੇ ਮੇਰੀ ਮਾਂ ਘਰ ਦੇ ਸਾਰੇ ਕੰਮ ਕਰਦੀ। ਪਰੀ ਦੀ ਮਾਂ ਨੇ ਮੇਰੀ ਮਾਂ ਨੂੰ ਨੌਕਰਾਨੀ ਬਣਾ ਕੇ ਰੱਖ ਲਿਆ ਸੀ। ਇਹ ਸਭ ਕੁਝ ਦੇਖ ਕੇ ਮੇਰਾ ਦਿਲ ਬਹੁਤ ਦੁਖਦਾ ਸੀ। ਮੈਨੂੰ ਇਹ ਦੇਖ ਕੇ ਦਿਲ ਦੇ ਵਿੱਚ ਦਰਦ ਹੁੰਦਾ ਕਿ ਪਰੀ ਮੈਨੂੰ ਨੌਕਰ
ਨੌਕਰਾਂ ਦੀ ਤਰ੍ਹਾਂ ਟਰੀਟ ਕਰਦੀ ਸੀ। ਉਹ ਮੈਨੂੰ ਆਪਣੇ ਛੋਟੇ-ਮੋਟੇ ਕੰਮਾਂ ਦੇ ਲਈ ਕਹਿੰਦੀ ਰਹਿੰਦੀ ਕਿ ਸਤੀਸ਼ ਪਾਣੀ ਲੈ ਕੇ ਆਓ, ਸਤੀਸ਼ ਗੱਡੀ ਸਾਫ਼ ਕਰੋ, ਸਤੀਸ਼ ਮੈਨੂੰ ਭੁੱਖ ਲੱਗੀ ਹੈ, ਜਾਓ ਬਾਹਰ ਤੋਂ ਮੈਨੂੰ ਪੀਜ਼ਾ ਜਾਂ ਬਰਗਰ ਲਿਆ ਕੇ ਦਿਓ। ਮੈਂ ਦਿਨ ਭਰ ਉਸ ਦੇ ਕੰਮਾਂ ਦੇ ਵਿੱਚ ਉਲਝਿਆ ਰਹਿੰਦਾ। ਜਦੋਂ ਵੀ ਮੈਂ ਮਾਂ ਦੇ ਕੋਲ ਸ਼ਿਕਾਇਤ ਕਰਦਾ ਤਾਂ ਉਹ ਕਹਿੰਦੀ ਕਿ ਫਿਰ ਕੀ ਹੋਇਆ ਸਤੀਸ਼, ਇਹਨਾਂ ਲੋਕਾਂ ਨੇ ਸਾਡੇ ਤੇ ਕਿੰਨੇ ਅਹਿਸਾਨ ਕੀਤੇ ਹਨ, ਜੇਕਰ ਇਹ ਲੋਕ ਸਾਨੂੰ ਸਹਾਰਾ ਨਾ ਦਿੰਦੇ ਤਾਂ ਅਸੀਂ ਕੀ ਕਰਦੇ। ਮਾਂ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਜਾਂਦਾ। ਸਮਾਂ ਹੌਲੀ-ਹੌਲੀ ਬੀਤ ਰਿਹਾ ਸੀ। ਮੇਰੀ ਪੜ੍ਹਾਈ ਹੁਣ ਪੂਰੀ ਹੋ ਚੁੱਕੀ ਸੀ ਅਤੇ ਮੈਂ ਨੌਕਰੀ ਦੀ ਭਾਲ ਦੇ ਵਿੱਚ ਸੀ ਅਤੇ ਕਿਤੇ ਚੰਗੀ ਨੌਕਰੀ ਨਹੀਂ ਮਿਲ ਰਹੀ ਸੀ। ਇਸ ਵਿਚਕਾਰ ਮੈਂ ਮਹਿਸੂਸ ਕੀਤਾ ਕਿ ਪਰੀ ਦੇ ਵਿਵਹਾਰ ਦੇ ਵਿੱਚ ਹੌਲੀ-ਹੌਲੀ ਬਦਲਾਅ ਆ ਰਿਹਾ ਸੀ। ਹੁਣ ਉਹ ਮੈਨੂੰ ਕਿਸੇ ਕੰਮ ਦੇ ਲਈ ਨਹੀਂ ਕਹਿੰਦੀ ਸੀ। ਜਦੋਂ ਕਿ ਉਹ ਮੈਨੂੰ ਦੇਖਦੀ ਤਾਂ ਧਿਆਨ ਦੇ ਨਾਲ ਦੇਖਦੀ ਰਹਿੰਦੀ। ਇੱਕ ਦਿਨ ਉਸਨੇ ਮੈਨੂੰ ਕਿਹਾ, ਸਤੀਸ਼, ਮੈਂ ਤੈਨੂੰ ਪਿਆਰ ਕਰਨ ਲੱਗੀ ਹਾਂ, ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ। ਮੈਂ ਕਿਹਾ, ਤੁਸੀਂ ਹੋਸ਼ ਦੇ ਵਿੱਚ ਤਾਂ ਹੋ? ਕਹਿਣ ਲੱਗੀ, ਹਾਂ ਹਾਂ ਹੋਸ਼ ਦੇ ਵਿੱਚ ਹਾਂ। ਮੈਂ ਕਿਹਾ, ਅੱਛਾ, ਮੈਨੂੰ ਨੌਕਰ ਬਣਾ ਕੇ ਮੈਨੂੰ ਤਕਲੀਫ ਦੇ ਕੇ ਅੱਜ ਤੱਕ ਤੁਹਾਡਾ ਮਨ ਨਹੀਂ ਭਰਿਆ? ਹੁਣ ਤੁਸੀਂ ਮੇਰੇ ਨਾਲ ਵਿਆਹ ਕਰਕੇ ਮੇਰੇ ਤੋਂ ਉਮਰ ਭਰ ਦੀ ਗੁਲਾਮੀ ਕਰਵਾਉਣਾ ਚਾਹੁੰਦੇ ਹੋ? ਉਹ ਬੋਲੀ, ਨਹੀਂ ਸਤੀਸ਼, ਤੁਸੀਂ ਮੈਨੂੰ ਗਲਤ ਸਮਝ ਰਹੇ ਹੋ। ਜੋ ਕੁਝ ਵੀ ਕੀਤਾ ਉਹ ਮੈਂ ਬਚਪਨ ਵਿੱਚ ਕੀਤਾ ਸੀ। ਹੁਣ ਮੈਨੂੰ ਅਹਿਸਾਸ ਹੋਇਆ ਕਿ ਮੈਂ ਤੁਹਾਨੂੰ ਪਿਆਰ ਕਰਨ ਲੱਗੀ ਹਾਂ, ਪਰ ਮੈਂ ਉਸਦੇ ਪਿਆਰ ਨੂੰ ਠੁਕਰਾ ਦਿੱਤਾ। ਮੈਂ ਸਾਫ਼ ਕਹਿ ਦਿੱਤਾ ਕਿ ਮੈਂ ਤੁਹਾਡੇ ਨਾਲ ਕਿਸੇ ਵੀ ਕੀਮਤ ਤੇ ਵਿਆਹ ਨਹੀਂ ਕਰਾਂਗਾ ਅਤੇ ਜਿਵੇਂ ਹੀ ਮੇਰੀ ਕਿਤੇ ਚੰਗੀ ਨੌਕਰੀ ਲੱਗੇਗੀ ਤਾਂ ਮੈਂ ਆਪਣੀ ਮਾਂ ਨੂੰ ਲੈ ਕੇ ਇੱਥੋਂ ਚਲਾ ਜਾਵਾਂਗਾ। ਪਰ ਪਤਾ ਨਹੀਂ ਕਿਵੇਂ ਮੇਰੀ ਮਾਂ ਤੇ ਪਰੀ ਨੇ ਜਾਦੂ ਕਰ ਦਿੱਤਾ ਅਤੇ ਮੇਰੀ ਮਾਂ ਮੇਰੇ ਪਿੱਛੇ ਪੈ ਗਈ। ਇਹ ਦੇਖੋ, ਪਰੀ ਦੇ ਮਾਤਾ ਪਿਤਾ ਦੇ ਸਾਡੇ ਉੱਪਰ ਬਹੁਤ ਅਹਿਸਾਨ ਹਨ ਅਤੇ ਮੈਂ ਉਸ ਬੱਚੀ ਦਾ ਦਿਲ ਨਹੀਂ ਤੋੜ ਸਕਦੀ। ਮੈਂ ਮਾਂ ਨੂੰ ਕਿਵੇਂ ਸਮਝਾਉਂਦਾ ਕਿ ਇਹ ਸਾਰੇ ਅਹਿਸਾਨ ਨਹੀਂ, ਉਹ ਬਹੁਤ ਹੀ ਬੁਰੇ ਲੋਕ ਹਨ। ਮੈਨੂੰ ਇਹ ਤਾਂ ਪਤਾ ਸੀ ਕਿ ਮੇਰੇ ਪਿਓ ਦੇ ਪੈਸੇ ਤੇ ਇਹ ਲੋਕ ਰਾਜ ਕਰ ਰਹੇ ਹਨ, ਪਰ ਮੇਰੇ ਕੋਲ ਇਸ ਦਾ ਕੋਈ ਸਬੂਤ ਵੀ ਤਾਂ ਨਹੀਂ ਸੀ। ਜੇਕਰ ਮੈਂ ਖੁੱਲ੍ਹ ਕੇ ਸਾਹਮਣੇ ਆ ਜਾਂਦਾ ਤਾਂ ਇਹ ਲੋਕ ਮੈਨੂੰ ਅਤੇ ਮੇਰੀ ਮਾਂ ਨੂੰ ਘਰ ਤੋਂ ਕੱਢ ਦਿੰਦੇ ਅਤੇ ਇਸ ਸਮੇਂ ਮੈਂ ਇਸ ਕਾਬਲ ਨਹੀਂ ਸੀ ਕਿ ਮੈਂ ਆਪਣੀ ਮਾਂ ਅਤੇ ਆਪਣੇ ਆਪ ਨੂੰ ਪਾਲ ਸਕਦਾ। ਘੱਟੋ ਘੱਟ ਸਾਨੂੰ ਇੱਕ ਘਰ ਤਾਂ ਮਿਲਿਆ ਹੋਇਆ ਸੀ। ਮੇਰਾ ਪੜ੍ਹਾਈ ਦਾ ਖਰਚਾ ਵੀ ਪਰੀ ਦੇ ਪਾਪਾ ਕਰ ਰਹੇ ਸਨ। ਇਸ ਕਰਕੇ ਮੈਂ ਜਾਣ-ਬੁੱਝ ਕੇ ਇਹਨਾਂ ਲੋਕਾਂ ਦੀਆਂ ਕੌੜੀਆਂ ਗੱਲਾਂ ਨੂੰ ਸਹਿ ਰਿਹਾ ਸੀ, ਪਰ ਮੈਂ ਇਹ ਸਭ ਕੁਝ ਦੱਸ ਕੇ ਆਪਣੀ ਮਾਂ ਦਾ ਦਿਲ ਤੋੜਨਾ ਨਹੀਂ ਚਾਹੁੰਦਾ ਸੀ। ਪਰ ਪਤਾ ਨਹੀਂ ਕਿਵੇਂ ਮਾਂ ਇਸ ਰਿਸ਼ਤੇ ਦੇ ਲਈ ਦਿਲ ਅਤੇ ਜਾਨ ਤੋਂ ਰਾਜੀ ਸੀ ਤੇ ਮੈਨੂੰ ਇਹਨਾਂ ਅਹਿਸਾਨਾਂ ਦੇ ਬਦਲੇ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਸੀ। ਇਹਨਾਂ ਸਾਰੇ ਖਿਆਲਾਂ ਦੇ ਬਾਰੇ ਸੋਚਦੇ ਮੈਂ ਸੌਂ ਚੁੱਕਿਆ ਸੀ। ਉਧਰ ਸੋਫੇ ਤੇ ਪਈ ਹੋਈ ਪ੍ਰਿਯੰਕਾ ਦੇ ਦਿਲ ਦੇ ਵਿੱਚ ਤੂਫਾਨ ਚੱਲ ਰਿਹਾ ਸੀ। ਉਸ ਦੇ ਅੱਖਾਂ ਦੇ ਵਿੱਚੋਂ ਹੰਝੂ ਬਹਿ ਕੇ ਸਰਾਣੇ ਨੂੰ ਭਿਉਣ ਲੱਗੇ ਸਨ। ਉਸ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਂ ਉਸ ਨੂੰ ਇੰਨੀ ਜ਼ਿਆਦਾ ਨਫ਼ਰਤ ਕਰਦਾ ਹਾਂ। ਉਹ ਪਹਿਲਾਂ ਮੈਨੂੰ ਪਰੇਸ਼ਾਨ ਕਰਦੀ ਸੀ। ਉਹ ਘਰ ਦੀ ਇਕੱਲੀ ਬੇਟੀ ਸੀ ਅਤੇ ਪੈਸਾ ਵੀ ਬਹੁਤ ਸੀ। ਇਸ ਕਰਕੇ ਉਸ ਨੂੰ ਆਪਣੇ ਆਪ ਤੇ ਬਹੁਤ ਮਾਣ ਸੀ। ਇਸ ਕਰਕੇ ਹੀ ਉਹ ਸਤੀਸ਼ ਨੂੰ ਆਪਣੇ ਅੱਗੇ ਕੁਝ ਨਹੀਂ ਸਮਝਦੀ ਸੀ। ਉਸ ਦੀ ਮਾਂ ਨੇ ਉਸਦੇ ਦਿਮਾਗ ਦੇ ਵਿੱਚ ਇਹੀ ਗੱਲ ਪਾਈ ਸੀ ਕਿ ਇਹ ਲੋਕ ਸਾਡੇ ਘਰ ਦੇ ਨੌਕਰ ਹਨ। ਪਰ ਹੌਲੀ-ਹੌਲੀ ਪਰੀ ਨੂੰ ਅਹਿਸਾਸ ਹੋਣ ਲੱਗਿਆ ਸੀ ਕਿ ਉਹ ਸਤੀਸ਼ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਅਤੇ ਉਸਨੇ ਇਹ ਗੱਲ ਆਪਣੀ ਮਾਂ ਦੇ ਕੰਨਾਂ ਦੇ ਵਿੱਚ ਪਾ ਦਿੱਤੀ ਸੀ ਕਿ ਮਾਂ, ਮੈਂ ਸਤੀਸ਼ ਦੇ ਨਾਲ ਪਿਆਰ ਕਰਦੀ ਹਾਂ ਅਤੇ ਉਸ ਦੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਪਰੀ ਦੀ ਮਾਂ ਉਸ ਦੇ ਮੂੰਹੋਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਸੀ। ਉਸ ਨੂੰ ਤਾਂ ਉਮੀਦ ਹੀ ਨਹੀਂ ਸੀ ਕਿ ਪਰੀ ਇਸ ਤਰ੍ਹਾਂ ਦੀ ਗੱਲ ਕਰ ਦੇਵੇਗੀ। ਉਹਨਾਂ ਨੇ ਤਾਂ ਹਮੇਸ਼ਾ ਤੋਂ ਪਰੀ ਦੇ ਕੰਨਾਂ ਦੇ ਵਿੱਚ ਸਤੀਸ਼ ਅਤੇ ਉਸ ਦੀ ਮਾਂ ਦੇ ਖਿਲਾਫ ਜ਼ਹਿਰ ਹੀ ਭਰਿਆ ਸੀ। ਫਿਰ ਭਲਾ ਕਦੋਂ ਤੋਂ ਮੇਰੇ ਪਿਆਰ ਦਾ ਰਸ ਉਸ ਦੇ ਕੰਨਾਂ ਦੇ ਵਿੱਚ ਘੁਲਣ ਲੱਗਿਆ ਸੀ, ਉਸ ਨੂੰ ਨਹੀਂ ਪਤਾ ਸੀ। ਪਰੀ ਦੀ ਮਾਂ ਕਹਿਣ ਲੱਗੀ, ਪਰੀ, ਤੁਸੀਂ ਹੋਸ਼ ਦੇ ਵਿੱਚ ਤਾਂ ਹੋ? ਇਹ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਉਹ ਦੋ ਕੌੜੀ ਦੇ ਲੋਕ ਇਸ ਕਾਬਲ ਨਹੀਂ ਕਿ ਤੁਸੀਂ ਉਹਨਾਂ ਦੇ ਘਰ ਦੀ ਬਹੂ ਬਣੋ। ਉਹ ਤਾਂ ਆਪਣੀ ਬੇਟੀ ਨੂੰ ਕਿਸੇ ਹਾਈ ਫਾਈ ਖਾਨਦਾਨ ਦੇ ਵਿੱਚ ਵਿਆਹੁਣਾ ਚਾਹੁੰਦੀ ਸੀ, ਜਿਨ੍ਹਾਂ ਦਾ ਕੋਈ ਆਪਣਾ ਬਹੁਤ ਵੱਡਾ ਬਿਜ਼ਨਸ ਹੋਵੇ। ਉਹ ਪ੍ਰਿਯੰਕਾ ਨੂੰ ਸਮਝਾਉਂਦੇ ਹੋਏ ਕਹਿਣ ਲੱਗੀ, ਦੇਖੋ ਪਰੀ, ਸੋਚ ਸਮਝ ਕੇ ਫੈਸਲਾ ਕਰੋ। ਉਹਨਾਂ ਲੋਕਾਂ ਕੋਲ ਤਾਂ ਆਪਣਾ ਘਰ ਵੀ ਨਹੀਂ ਹੈ। ਉਹ ਲੋਕ ਤੁਹਾਨੂੰ ਕਿੱਥੇ ਰੱਖਣਗੇ? ਇਸ ਗੱਲ ਤੇ ਪਰੀ ਆਪਣੀ ਮਾਂ ਨੂੰ ਹੈਰਾਨੀ ਦੇ ਨਾਲ ਦੇਖਣ ਲੱਗੀ। ਕਹਿਣ ਲੱਗੀ, ਮਾਂ, ਤੁਸੀਂ ਇਹ ਗੱਲ ਨਾ ਕਰੋ। ਇਹ ਘਰ ਤੁਹਾਡਾ ਵੀ ਨਹੀਂ ਹੈ। ਇਹ ਘਰ ਜਿਸ ਨੂੰ ਤੁਸੀਂ ਆਪਣਾ ਸਮਝਦੇ ਹੋ, ਇਸ ਦੇ ਵਿੱਚ ਸਤੀਸ਼ ਦਾ ਵੀ ਪੂਰਾ ਹੱਕ ਹੈ। ਜੇਕਰ ਉਹ ਚਾਹੁਣ ਤਾਂ ਤੁਹਾਨੂੰ 1 ਮਿੰਟ ਦੇ ਵਿੱਚ ਇਸ ਘਰ ਦੇ ਵਿੱਚੋਂ ਬਾਹਰ ਕਰ ਦੇਣਗੇ। ਉਸ ਨੂੰ ਸਾਰੀਆਂ ਗੱਲਾਂ ਪਤਾ ਲੱਗ ਚੁੱਕੀਆਂ ਸਨ। ਇਹ ਬਿਜ਼ਨਸ, ਇਹ ਪੈਸਾ ਸਭ ਸਤੀਸ਼ ਦੇ ਪਾਪਾ ਦੀ ਮਿਹਨਤ ਦੀ ਕਮਾਈ ਦਾ ਹੈ। ਇਸ ਕਰਕੇ ਮੇਰੇ ਦਿਲ ਦੇ ਵਿੱਚ ਉਸ ਦੇ ਲਈ ਕੋਈ ਬੁਰੇ ਭਾਵ ਨਹੀਂ ਹਨ, ਬਲਕਿ ਮੈਂ ਸਤੀਸ਼ ਦੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਫਿਰ ਜੋ ਕੁਝ ਵੀ ਹੋਵੇਗਾ ਸਾਡਾ ਦੋਵਾਂ ਦਾ ਹੋਵੇਗਾ। ਇਹ ਗੱਲ ਪਰੀ ਦੀ ਮਾਂ ਨੂੰ ਬੁਰੀ ਤਾਂ ਲੱਗੀ। ਉਹ ਕਹਿਣ ਲੱਗੀ ਕਿ ਇਸ ਤਰ੍ਹਾਂ ਦੀ ਔਲਾਦ ਪਰਮਾਤਮਾ ਕਿਸੇ ਨੂੰ ਨਾ ਦੇਵੇ ਜੋ ਆਪਣੇ ਮਾਤਾ ਪਿਤਾ
ਪਿਤਾ ਨੂੰ ਹੀ ਨੀਚਾ ਦਿਖਾਵੇ। ਮੈਂ ਮੰਨਦੀ ਹਾਂ ਕਿ ਇਹ ਉਹਨਾਂ ਦੀ ਮਿਹਨਤ ਦੀ ਕਮਾਈ ਹੈ, ਪਰ ਤੁਹਾਡੇ ਪਾਪਾ ਦੀ ਵੀ ਇਸ ਦੇ ਵਿੱਚ ਪੂਰੀ ਮਿਹਨਤ ਲੱਗੀ ਹੈ ਅਤੇ ਤੁਸੀਂ ਇਹ ਨਾ ਭੁੱਲੋ ਕਿ ਸਤੀਸ਼ ਅਤੇ ਉਸਦੀ ਮਾਂ ਦਾ ਖਰਚਾ ਅਸੀਂ ਹੀ ਚੱਕਿਆ ਹੈ। ਪਰੀ ਨੇ ਗੁੱਸੇ ਦੇ ਨਾਲ ਮੂੰਹ ਫੇਰ ਲਿਆ ਅਤੇ ਮੂੰਹ ਦੇ ਵਿੱਚ ਕੁਝ ਬੋਲਣ ਲੱਗੀ ਕਿ ਮੈਂ ਜਾਣਦੀ ਹਾਂ ਕਿ ਤੁਸੀਂ ਉਹਨਾਂ ਦਾ ਖਰਚਾ ਕਿਵੇਂ ਚੱਕਿਆ ਹੈ। ਖੈਰ, ਬੇਟੀ ਦੀ ਜਿੱਦ ਦੇ ਅੱਗੇ ਪਰੀ ਦੀ ਮਾਂ ਮਜਬੂਰ ਹੋ ਗਈ ਅਤੇ ਇਸ ਤਰ੍ਹਾਂ ਸਤੀਸ਼ ਦੀ ਮਾਂ ਨਾਲ ਰਿਸ਼ਤੇ ਦੀ ਗੱਲ ਹੋ ਗਈ। ਸਤੀਸ਼ ਦੀ ਮਾਂ ਤਾਂ ਖੁਸ਼ੀ ਰਿਸ਼ਤੇ ਦੇ ਲਈ ਰਾਜੀ ਹੋ ਗਈ ਸੀ, ਪਰ ਪਰੀ ਨੂੰ ਨਹੀਂ ਪਤਾ ਸੀ ਕਿ ਸਤੀਸ਼ ਉਸ ਨੂੰ ਇੰਨਾ ਜ਼ਿਆਦਾ ਨਫ਼ਰਤ ਕਰਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਸ ਨੇ ਪਰੀ ਨੂੰ ਕਿਹਾ ਸੀ ਕਿ ਦੇਖੋ ਪਰੀ, ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ, ਇਹ ਰਿਸ਼ਤਾ ਤੋੜ ਦਿਓ। ਪਰ ਪਰੀ ਨੇ ਸੋਚਿਆ ਸੀ ਕਿ ਬਾਅਦ ਵਿੱਚ ਪਿਆਰ ਦੇ ਨਾਲ ਉਹ ਉਸ ਨੂੰ ਮਨਾ ਲਵੇਗੀ, ਪਰ ਵਿਆਹ ਦੀ ਪਹਿਲੀ ਰਾਤ ਜੋ ਕੁਝ ਉਸਦੇ ਨਾਲ ਹੋਇਆ ਉਸਦਾ ਦਿਲ ਟੁੱਟ ਗਿਆ ਸੀ। ਪਰੀ ਨੇ ਆਪਣੀਆਂ ਅੱਖਾਂ ਤੋਂ ਬਾਹਾਂ ਪਰੇ ਕਰਕੇ ਸਤੀਸ਼ ਦੇ ਵੱਲ ਦੇਖਿਆ। ਉਹ ਆਪਣੀਆਂ ਅੱਖਾਂ ਤੇ ਹੱਥ ਰੱਖ ਕੇ ਪਿਆ ਹੋਇਆ ਕਿਸੇ ਜਿੱਦੀ ਬੱਚੇ ਦੀ ਤਰ੍ਹਾਂ ਲੱਗ ਰਿਹਾ ਸੀ। ਇਸ ਹਾਲਤ ਦੇ ਵਿੱਚ ਵੀ ਪਰੀ ਨੂੰ ਉਸ ਤੇ ਬਹੁਤ ਜ਼ਿਆਦਾ ਪਿਆਰ ਆਇਆ। ਉਹ ਜਾਣਦੀ ਸੀ ਕਿ ਉਸ ਨੂੰ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ, ਜੇਕਰ ਉਹਦੇ ਸਰਾਣੇ ਖੜੇ ਹੋ ਕੇ ਢੋਲ ਵੀ ਵਜਾਏ ਜਾਣ ਤਾਂ ਵੀ ਨਹੀਂ ਉੱਠੇਗਾ। ਉਹ ਹੌਲੀ ਜਿਹੀ ਆਪਣੀ ਜਗ੍ਹਾ ਤੋਂ ਉੱਠੀ ਅਤੇ ਸਤੀਸ਼ ਦੇ ਪੈਰਾਂ ਦੇ ਵੱਲ ਆ ਗਈ। ਉਸਨੇ ਬੂਟ ਤਾਂ ਉਤਾਰ ਦਿੱਤੇ ਸਨ ਅਤੇ ਉਸਨੇ ਜਰਾਬਾਂ ਅਜੇ ਤੱਕ ਪਾਈਆਂ ਹੋਈਆਂ ਸਨ। ਪਰੀ ਨੇ ਹੌਲੀ ਜਿਹੀ ਜਰਾਬਾਂ ਉਸ ਦੇ ਪੈਰਾਂ ਦੇ ਵਿੱਚੋਂ ਲਾਹ ਦਿੱਤੀਆਂ ਸਨ। ਸੌਂਦਾ ਹੋਇਆ ਉਹ ਬਹੁਤ ਹੀ ਖੂਬਸੂਰਤ ਲੱਗ ਰਿਹਾ ਸੀ। ਕਿੰਨੇ ਸਮੇਂ ਤੱਕ ਉਹ ਸਤੀਸ਼ ਦੇ ਵੱਲ ਦੇਖਦੀ ਰਹੀ। ਉਸਨੇ ਆਪਣੇ ਦਿਲ ਦੇ ਵਿੱਚ ਪੱਕਾ ਇਰਾਦਾ ਕਰ ਲਿਆ ਸੀ ਕਿ ਉਹ ਇੱਕ ਦਿਨ ਉਸ ਨੂੰ ਆਪਣਾ ਬਣਾ ਕੇ ਹੀ ਰਹੇਗੀ। ਫਿਰ ਉਹ ਉਸ ਦੇ ਵੱਲ ਧਿਆਨ ਨਾਲ ਦੇਖਦੀ ਹੋਈ ਆਪਣੇ ਅੱਖਾਂ ਦੇ ਵਿੱਚ ਆਏ ਹੋਏ ਹੰਝੂ ਸਾਫ਼ ਕਰਦੀ ਹੋਈ ਆਪਣੀ ਜਗ੍ਹਾ ਤੇ ਆ ਗਈ ਸੀ। ਅਗਲਾ ਦਿਨ ਮੈਂ ਜਿਵੇਂ ਹੀ ਸੌਂ ਕੇ ਉੱਠਿਆ ਤਾਂ ਪਰੀ ਸੋਫੇ ਤੇ ਨਹੀਂ ਸੀ, ਸ਼ਾਇਦ ਉਹ ਬਾਹਰ ਜਾ ਚੁੱਕੀ ਸੀ। ਮੈਂ ਵੀ ਜਲਦੀ ਨਾਲ ਫਰੈਸ਼ ਹੋ ਕੇ ਹੇਠਾਂ ਆ ਗਿਆ। ਮੇਰੀ ਮਾਂ ਉਸਦੇ ਨਖਰੇ ਚੱਕਣ ਦੇ ਵਿੱਚ ਬਿਜੀ ਸੀ ਅਤੇ ਇਹ ਸਭ ਕੁਝ ਦੇਖ ਕੇ ਮੇਰਾ ਮੂੰਹ ਬਣ ਗਿਆ ਸੀ। ਮੈਨੂੰ ਦੇਖ ਕੇ ਪਰੀ ਨੇ ਇੱਕ ਪਿਆਰੀ ਜਿਹੀ ਸਮਾਈਲ ਦਿੱਤੀ ਸੀ। ਮੈਂ ਗੁੱਸੇ ਦੇ ਨਾਲ ਮੂੰਹ ਫੇਰ ਲਿਆ ਸੀ। ਇਸ ਲੜਕੀ ਨੇ ਜਿੰਨਾ ਮੈਨੂੰ ਜਲੀਲ ਕੀਤਾ ਸੀ, ਮੈਂ ਗਿਣ ਕੇ ਉਸ ਤੋਂ ਬਦਲੇ ਲਵਾਂਗਾ। ਮੈਂ ਆਪਣੇ ਦਿਲ ਦੇ ਵਿੱਚ ਇਰਾਦਾ ਕਰ ਲਿਆ ਸੀ। ਇੱਕ ਥਾਂ ਤੇ ਮੇਰੀ ਨਵੀਂ ਨੌਕਰੀ ਲੱਗੀ ਸੀ, ਤਨਖਾਹ ਜ਼ਿਆਦਾ ਨਹੀਂ ਸੀ, ਪਰ ਫਿਰ ਵੀ ਮੈਂ ਮਿਹਨਤ ਕਰ ਰਿਹਾ ਸੀ। ਮੈਂ ਜਲਦੀ ਨਾਲ ਫਰੈਸ਼ ਹੋ ਕੇ ਨਾਸ਼ਤੇ ਦੀ ਟੇਬਲ ਤੇ ਆਇਆ। ਪਰੀ ਨਾਸ਼ਤਾ ਕਰ ਰਹੀ ਸੀ। ਮੈਂ ਪਰੀ ਨੂੰ ਕਿਹਾ, ਜਲਦੀ ਮੇਰੇ ਬੂਟ ਪਾਲਿਸ਼ ਕਰੋ, ਮੈਂ ਆਫਿਸ ਦੇ ਲਈ ਲੇਟ ਹੋ ਰਿਹਾ ਹਾਂ। ਮੇਰੇ ਇਸ ਆਦੇਸ਼ ਤੇ ਪਰੀ ਦਾ ਹੱਥ ਉੱਥੇ ਹੀ ਰੁਕ ਗਿਆ ਸੀ। ਮੇਰੀ ਮਾਂ ਨੇ ਵੀ ਮੈਨੂੰ ਗੁੱਸੇ ਦੇ ਨਾਲ ਦੇਖਿਆ। ਮੈਂ ਦੋਨਾਂ ਤੋਂ ਨਜ਼ਰਾਂ ਝੁਕਾ ਲਈਆਂ ਸਨ। ਪਰੀ ਵੀ ਤਾਂ ਮੈਨੂੰ ਇਸ ਤਰ੍ਹਾਂ ਹੀ ਹੁਕਮ ਦਿੰਦੀ ਸੀ। ਅੱਜ ਉਹ ਮੇਰੀ ਪਤਨੀ ਸੀ ਤਾਂ ਮੈਂ ਵੀ ਗਿਣ ਕੇ ਬਦਲੇ ਲਵਾਂਗਾ। ਮੇਰੀ ਮਾਂ ਕਹਿਣ ਲੱਗੀ, ਪਾਗਲ ਹੋ ਗਿਆ ਹੈ, ਨਵੀਂ ਨਵੇਲੀ ਬਹੂ ਤੋਂ ਉਸਦੇ ਵਿਆਹ ਦੀ ਅਗਲੀ ਸਵੇਰ ਜੁੱਤੇ ਪਾਲਿਸ਼ ਕਰਵਾ ਰਿਹਾ ਹੈ ਅਤੇ ਤੁਸੀਂ ਇਹ ਆਫਿਸ ਕਿਉਂ ਜਾ ਰਹੇ ਹੋ? ਕੀ ਜ਼ਰੂਰਤ ਹੈ? ਕੱਲ ਤੁਹਾਡਾ ਵਿਆਹ ਹੋਇਆ ਹੈ, ਕੁਝ ਦਿਨਾਂ ਦੀ ਛੁੱਟੀ ਲੈ ਲਓ, ਘੁੰਮੋ ਫਿਰ ਐਸ਼ ਕਰੋ। ਮੈਂ ਕਿਹਾ, ਮਾਂ, ਮੈਂ ਨਵੀਂ ਜੌਬ ਦੇ ਵਿੱਚ ਛੁੱਟੀ ਨਹੀਂ ਲਵਾਂਗਾ। ਫਿਰ ਮੈਂ ਗੁੱਸੇ ਦੇ ਨਾਲ ਪਰੀ ਨੂੰ ਕਿਹਾ, ਤੈਨੂੰ ਸੁਣਾਈ ਨਹੀਂ ਦਿੱਤਾ? ਜਾ ਮੇਰੇ ਜੁੱਤੇ ਪਾਲਿਸ਼ ਕਰ। ਪਰੀ ਆਪਣਾ ਨਾਸ਼ਤਾ ਛੱਡ ਕੇ ਚੁੱਪਚਾਪ ਮੇਰੇ ਜੁੱਤੇ ਪਾਲਿਸ਼ ਕਰਨ ਲੱਗੀ। ਮੇਰੇ ਦਿਲ ਨੂੰ ਬਹੁਤ ਹੀ ਸਕੂਨ ਮਿਲਿਆ ਸੀ। ਉਸ ਨੇ ਜੁੱਤੇ ਪਾਲਿਸ਼ ਕਰਕੇ ਮੇਰੇ ਸਾਹਮਣੇ ਰੱਖ ਦਿੱਤੇ। ਮੇਰੀ ਮਾਂ ਮੈਨੂੰ ਗੁੱਸੇ ਦੇ ਨਾਲ ਅਜੇ ਵੀ ਘੂਰ ਰਹੀ ਸੀ, ਪਰ ਮੇਰੇ ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਬਲਕਿ ਮੈਂ ਹੋਰ ਗੁੱਸੇ ਦੇ ਨਾਲ ਕਿਹਾ, ਇਹ ਬੂਟ ਮੇਰੇ ਪੈਰਾਂ ਦੇ ਵਿੱਚ ਵੀ ਪਾਓ। ਅਤੇ ਪਰੀ ਨੇ ਚੁੱਪਚਾਪ ਬੂਟ ਮੇਰੇ ਪੈਰਾਂ ਦੇ ਵਿੱਚ ਪਾ ਦਿੱਤੇ ਸਨ ਅਤੇ ਮੈਂ ਮੁਸਕਰਾ ਕੇ ਚੁੱਪਚਾਪ ਘਰੋਂ ਬਾਹਰ ਚਲਾ ਗਿਆ ਸੀ। ਮੈਂ ਰਾਤ ਨੂੰ ਜਾਣ ਬੁੱਝ ਕੇ ਲੇਟ ਆਇਆ ਸੀ। ਰਾਤ ਦੇ 10 ਵਜੇ ਕਮਰੇ ਦੇ ਵਿੱਚ ਆਇਆ ਤਾਂ ਪਰੀ ਜਾਗ ਰਹੀ ਸੀ। ਮੈਨੂੰ ਦੇਖ ਕੇ ਉਸਦੇ ਚਿਹਰੇ ਤੇ ਖੁਸ਼ੀ ਦੇ ਭਾਵ ਆ ਗਏ ਸਨ, ਪਰ ਮੈਂ ਉਸਨੂੰ ਇਗਨੋਰ ਕਰ ਦਿੱਤਾ। ਉਹ ਜਲਦੀ ਨਾਲ ਅੱਗੇ ਵੱਧ ਕੇ ਮੇਰਾ ਕੋਟ ਉਤਾਰਨ ਲੱਗੀ, ਪਰ ਮੈਂ ਉਸਨੂੰ ਦੂਰ ਕਰ ਦਿੱਤਾ। ਮੈਂ ਕਿਹਾ, ਦੂਰ ਰਹੋ ਮੇਰੇ ਤੋਂ। ਜਿੰਨੀ ਹੀ ਮੈਂ ਸੇਵਾ ਕਰਾਵਾਂ ਉਨੀ ਹੀ ਕਰਿਆ ਕਰੋ। ਜ਼ਬਰਦਸਤੀ ਮੇਰੇ ਨਾਲ ਚਿਪਕਣ ਦੀ ਕੋਸ਼ਿਸ਼ ਨਾ ਕਰੋ, ਸਮਝੀ? ਮੇਰੇ ਇਸ ਵਿਵਹਾਰ ਦੇ ਕਾਰਨ ਪਰੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਕਹਿਣ ਲੱਗੀ, ਸਤੀਸ਼, ਕਿਉਂ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹੋ ਮੇਰੇ ਨਾਲ? ਤੁਹਾਨੂੰ ਮੇਰੇ ਪਿਆਰ ਤੇ ਯਕੀਨ ਕਿਉਂ ਨਹੀਂ ਹੈ? ਪਿਆਰ ਕਰਦੀ ਹਾਂ ਤੁਹਾਨੂੰ। ਆਪਣੀ ਮਾਂ ਦੇ ਨਾਲ ਲੜ ਝਗੜ ਕੇ ਤੁਹਾਡੇ ਨਾਲ ਵਿਆਹ ਕੀਤਾ ਹੈ ਅਤੇ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹੋ, ਆਖਰਕਾਰ ਕਿਉਂ? ਸਵੇਰੇ ਤਾਂ ਤੁਹਾਨੂੰ ਪਤੀ ਪਤਨੀ ਦੇ ਫਰਜ਼ ਬਹੁਤ ਯਾਦ ਆ ਰਹੇ ਸਨ ਕਿ ਪਤਨੀ ਹੋ, ਮੇਰੀ ਸੇਵਾ ਕਰੋ। ਪਰੀ ਨੇ ਮੈਨੂੰ ਸਵੇਰੇ ਵਾਲੀ ਗੱਲ ਯਾਦ ਦਿਵਾਈ ਸੀ। ਕਹਿਣ ਲੱਗੀ, ਸਤੀਸ਼, ਤੁਸੀਂ ਭੁੱਲ ਰਹੇ ਹੋ ਕਿ ਪਤੀ ਦੇ ਕੁਝ ਹੋਰ ਵੀ ਫਰਜ਼ ਹੁੰਦੇ ਹਨ। ਪਤਨੀ ਨੂੰ ਖੁਸ਼ ਰੱਖਣਾ, ਉਸ ਨੂੰ ਪਿਆਰ ਦੇਣਾ ਵੀ ਪਤੀ ਦੇ ਫਰਜ਼ ਦੇ ਵਿੱਚ ਸ਼ਾਮਲ ਹੁੰਦਾ ਹੈ। ਮੈਂ ਕਿਹਾ, ਅੱਛਾ, ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਹੁਣ ਆਪਣੇ ਪਤੀ ਹੋਣ ਦਾ ਫਰਜ਼ ਨਿਭਾਵਾਂ, ਤੁਹਾਡੇ ਨੇੜੇ ਆਵਾਂ, ਤੁਹਾਡੀ ਤਾਰੀਫ ਕਰਾਂ, ਤੁਹਾਡੇ ਨਾਲ ਪਿਆਰ ਦੇ ਨਾਲ ਸਭ ਕੁਝ ਕਰਾਂ? ਤੁਸੀਂ ਇਹੀ ਚਾਹੁੰਦੇ ਹੋ ਨਾ? ਮੈਂ ਹੌਲੀ ਪਰੀ ਦੇ ਵੱਲ ਵਧ ਰਿਹਾ ਸੀ ਅਤੇ ਉਹ ਪਿੱਛੇ ਕੰਧ ਦੇ ਨਾਲ ਲੱਗ ਗਈ ਸੀ, ਪਰ ਉਸ ਦੇ ਬਾਅਦ ਮੈਂ ਆਪਣੀਆਂ ਉਂਗਲਾਂ ਦੇ ਨਾਲ ਉਸ ਦੇ ਬੁੱਲਾਂ ਨੂੰ ਛੂਹ ਲਿਆ
ਵੈਸੇ ਗੱਲ ਤਾਂ ਮੰਨਣੀ ਪਵੇਗੀ ਕਿ ਖੂਬਸੂਰਤ ਤਾਂ ਬਹੁਤ ਹੈ, ਕਿਸੇ ਦੇ ਵੀ ਦਿਲ ਤੇ ਛੁਰੀਆਂ ਚਲਾ ਸਕਦੀ ਹੈ। ਕਹਿਣ ਲੱਗੇ, ਕੀ ਕਰ ਰਹੇ ਹੋ ਸਤੀਸ਼? ਮੈਨੂੰ ਤਕਲੀਫ ਹੋ ਰਹੀ ਹੈ। ਮੈਂ ਕਿਹਾ, ਅੱਛਾ, ਅਜੇ ਤਾਂ ਮੈਂ ਤੈਨੂੰ ਹੋਰ ਵੀ ਤਕਲੀਫ ਦਿਆਂਗਾ। ਮੇਰਾ ਪਿਆਰ ਚਾਹੀਦਾ ਹੈ ਨਾ ਤੁਹਾਨੂੰ, ਤਾਂ ਮੇਰੇ ਇਸ ਪਿਆਰ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਲਓ। ਬਹੁਤ ਸ਼ੌਂਕ ਹੈ ਨਾ ਤੁਹਾਨੂੰ ਮੇਰੀ ਪਤਨੀ ਬਣਨ ਦਾ ਅਤੇ ਪਤੀ ਤੋਂ ਉਸ ਦੇ ਫਰਜ਼ ਪੂਰੇ ਕਰਵਾਉਣ ਦਾ, ਤਾਂ ਆਪਣਾ ਫਰਜ਼ ਹੀ ਤਾਂ ਪੂਰਾ ਕਰ ਰਿਹਾ ਹਾਂ। ਪਤਨੀ ਹੋ ਮੇਰੀ, ਪਤੀ ਹੋਣ ਦੇ ਨਾਤੇ ਤੁਹਾਡੇ ਨੇੜੇ ਤਾਂ ਆਉਣਾ ਹੀ ਪਵੇਗਾ। ਤੁਹਾਡੀ ਇਸ ਖੂਬਸੂਰਤੀ ਨੂੰ ਮਹਿਸੂਸ ਵੀ ਕਰਨਾ ਪਵੇਗਾ। ਆਖਿਰਕਾਰ ਮੈਂ ਹੱਕ ਰੱਖਦਾ ਹਾਂ ਤੁਹਾਡੇ ਤੇ। ਮੈਂ ਝਟਕੇ ਦੇ ਨਾਲ ਉਸ ਨੂੰ ਆਪਣੇ ਨੇੜੇ ਕੀਤਾ ਸੀ। ਮੇਰੇ ਇਸ ਵਿਵਹਾਰ ਦੇ ਕਾਰਨ ਉਸ ਦੇ ਅੱਖਾਂ ਦੇ ਵਿੱਚ ਡਰ ਦਿਖਣ ਲੱਗਿਆ ਸੀ। ਕਹਿਣ ਲੱਗੀ, ਸਤੀਸ਼, ਤੁਸੀਂ ਹੋਸ਼ ਦੇ ਵਿੱਚ ਨਹੀਂ ਹੋ। ਤੁਸੀਂ ਇਹ ਕੀ ਕਰ ਰਹੇ ਹੋ? ਸ਼ਾਇਦ ਉਸ ਨੂੰ ਇਸ ਦੇ ਨਾਲ ਤਕਲੀਫ ਹੋ ਰਹੀ ਸੀ। ਕਹਿਣ ਲੱਗੀ, ਇਹ ਪਿਆਰ ਕਰਨ ਦਾ ਕਿਹੜਾ ਤਰੀਕਾ ਹੈ ਸਤੀਸ਼? ਮੈਂ ਤੁਹਾਨੂੰ ਸੱਚਾ ਪਿਆਰ ਕਰਦੀ ਹਾਂ ਅਤੇ ਤੁਹਾਡੇ ਤੋਂ ਵੀ ਸੱਚਾ ਪਿਆਰ ਚਾਹੁੰਦੀ ਹਾਂ। ਇਹ ਜ਼ਬਰਦਸਤੀ ਦਾ ਪਿਆਰ ਮੈਨੂੰ ਨਹੀਂ ਚਾਹੀਦਾ। ਇਹ ਕਹਿ ਕੇ ਉਹ ਮੇਰੀ ਮਜ਼ਬੂਤ ਪਕੜ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੇਰੀ ਪਕੜ ਇੰਨੀ ਮਜ਼ਬੂਤ ਸੀ ਕਿ ਉਹ ਮਛਲੀ ਦੀ ਤਰ੍ਹਾਂ ਫੜਫੜਾ ਰਹੀ ਸੀ, ਪਰ ਮੇਰੀ ਪਕੜ ਦੇ ਵਿੱਚੋਂ ਨਿਕਲ ਨਹੀਂ ਸਕੀ। ਤੇ ਅਗਲੇ ਹੀ ਪਲ ਮੈਂ ਉਸ ਤੇ ਹਾਵੀ ਹੁੰਦਾ ਚਲਾ ਗਿਆ ਅਤੇ ਉਸ ਦੇ ਨਾ ਕਰਨ ਦੇ ਬਾਵਜੂਦ ਵੀ ਮੈਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਥੋੜੇ ਸਮੇਂ ਬਾਅਦ ਹੀ ਮੈਂ ਉਸ ਤੋਂ ਅਲੱਗ ਹੋ ਕੇ ਉਸ ਦੇ ਵੱਲ ਪਾਸਾ ਲੈ ਕੇ ਸੌਂ ਗਿਆ ਸੀ। ਕਾਫੀ ਸਮੇਂ ਤੱਕ ਉਸ ਦੇ ਰੋਣ ਦੀ ਆਵਾਜ਼ ਮੇਰੇ ਕੰਨਾਂ ਨੂੰ ਆਉਂਦੀ ਰਹੀ, ਪਰ ਉਸ ਦਾ ਰੋਣਾ ਵੀ ਮੈਨੂੰ ਚੈਨ ਦੇ ਰਿਹਾ ਸੀ, ਸਕੂਨ ਦੇ ਰਿਹਾ ਸੀ। ਉਸ ਰਾਤ ਪਰੀ ਦੇ ਨਾਲ ਸੰਬੰਧ ਬਣਾਉਣ ਤੋਂ ਬਾਅਦ ਮੈਂ ਉਸ ਦੇ ਨੇੜੇ ਨਹੀਂ ਗਿਆ ਸੀ, ਪਰ ਹੁਣ ਪਰੀ ਦਾ ਵਿਵਹਾਰ ਹੌਲੀ-ਹੌਲੀ ਮੇਰੇ ਨਾਲ ਨਾਰਮਲ ਹੋਣ ਲੱਗਿਆ ਸੀ। ਵਾਕਿਆ ਹੀ ਮੈਨੂੰ ਸੱਚਾ ਪਿਆਰ ਕਰਦੀ ਸੀ। ਮੇਰੇ ਹਰ ਇੱਕ ਜ਼ੁਲਮ ਤੇ ਉਹ ਕੁਝ ਸਮਾਂ ਉਦਾਸ ਹੁੰਦੀ ਅਤੇ ਫਿਰ ਹੌਲੀ-ਹੌਲੀ ਮੇਰੇ ਨਾਲ ਦੁਬਾਰਾ ਨਾਰਮਲ ਹੋ ਜਾਂਦੀ ਅਤੇ ਮੇਰੇ ਅੱਗੇ ਪਿੱਛੇ ਘੁੰਮਣ ਲੱਗਦੀ। ਪਰ ਜਦੋਂ ਵੀ ਮੈਂ ਉਸ ਦਾ ਚਿਹਰਾ ਦੇਖਦਾ, ਮੈਨੂੰ ਉਹ ਦਿਨ ਯਾਦ ਆਉਣ ਲੱਗਦੇ ਜਦੋਂ ਉਸ ਦੀ ਮਾਂ ਮੇਰੀ ਮਾਂ ਤੋਂ ਨੌਕਰਾਣੀਆਂ ਦੀ ਤਰ੍ਹਾਂ ਕੰਮ ਕਰਵਾਉਂਦੀ ਸੀ ਅਤੇ ਖੁਦ ਮੇਰੇ ਨਾਲ ਨੌਕਰਾਂ ਦੀ ਤਰ੍ਹਾਂ ਵਿਵਹਾਰ ਕਰਦੀ ਸੀ। ਮੇਰੇ ਦਿਲ ਦੇ ਵਿੱਚ ਗੁੱਸਾ ਭਰ ਜਾਂਦਾ ਅਤੇ ਮੈਂ ਫਿਰ ਤੋਂ ਪੱਥਰ ਹੋ ਜਾਂਦਾ। 1 ਮਹੀਨੇ ਬਾਅਦ ਪਰੀ ਦੀ ਹਾਲਤ ਖਰਾਬ ਹੋਣ ਲੱਗੀ ਸੀ। ਮਾਂ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਗਈ ਅਤੇ ਜਦੋਂ ਡਾਕਟਰ ਨੇ ਦੱਸਿਆ ਕਿ ਉਹ ਮਾਂ ਬਣਨ ਵਾਲੀ ਹੈ, ਤਾਂ ਮੇਰੀ ਮਾਂ ਦੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ। ਅੰਦਰੋਂ ਖੁਸ਼ੀ ਦਾ ਅਹਿਸਾਸ ਤਾਂ ਮੈਨੂੰ ਵੀ ਹੋ ਰਿਹਾ ਸੀ। ਸ਼ਾਇਦ ਪਿਓ ਬਣਨ ਦਾ ਅਹਿਸਾਸ ਬਹੁਤ ਵੱਡਾ ਸੀ, ਪਰ ਉਸ ਸਮੇਂ ਮੈਂ ਆਪਣੇ ਦਿਲ ਦੇ ਵਿੱਚ ਉਸ ਦੇ ਲਈ ਨਫ਼ਰਤ ਦਾ ਅਹਿਸਾਸ ਲੈ ਕੇ ਆਉਂਦਾ ਸੀ। ਮੈਂ ਸੋਚ ਲਿਆ ਸੀ ਕਿ ਇਹ ਆਖਰੀ ਵਾਰ ਹੈ ਜਦੋਂ ਮੈਂ ਉਸ ਦੇ ਨਾਲ ਨਫ਼ਰਤ ਕਰਾਂਗਾ ਅਤੇ ਉਸ ਤੋਂ ਬਾਅਦ ਮੇਰਾ ਬਦਲਾ ਪੂਰਾ ਹੋ ਜਾਵੇਗਾ। ਉਹ ਰੋਵੇਗੀ, ਮਿੰਨਤਾਂ ਕਰੇਗੀ ਅਤੇ ਮੇਰੇ ਪੈਰਾਂ ਦੇ ਵਿੱਚ ਡਿੱਗੇਗੀ, ਆਪਣੀ ਇੱਜ਼ਤ ਦੀ ਭੀਖ ਮੰਗੇਗੀ। ਉਸਦੇ ਮਾਤਾ ਪਿਤਾ ਵੀ ਮੇਰੇ ਪੈਰਾਂ ਦੇ ਵਿੱਚ ਡਿੱਗ ਕੇ ਆਪਣੀ ਇੱਜ਼ਤ ਦੀ ਭੀਖ ਮੰਗਣਗੇ, ਤਾਂ ਉਸ ਸਮੇਂ ਮੇਰੇ ਦਿਲ ਨੂੰ ਸਕੂਨ ਆਵੇਗਾ। ਅਤੇ ਜਦੋਂ ਮੇਰੀ ਮਾਂ ਨੇ ਇਹ ਖਬਰ ਮੈਨੂੰ ਸੁਣਾਈ ਸੀ ਕਿ ਤੁਸੀਂ ਪਿਓ ਬਣਨ ਵਾਲੇ ਹੋ, ਤਾਂ ਮੈਂ ਆਪਣੇ ਚਿਹਰੇ ਤੇ ਗੁੱਸਾ ਲੈ ਕੇ ਆਉਂਦਾ ਸੀ। ਮੈਂ ਹੈਰਾਨ ਹੋਣ ਦਾ ਨਾਟਕ ਕਰਦੇ ਹੋਏ ਕਹਿਣ ਲੱਗਿਆ ਕਿ ਮਾਂ, ਤੁਸੀਂ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਉਹ ਮਾਂ ਕਿਵੇਂ ਬਣ ਸਕਦੀ ਹੈ? ਮੇਰੀ ਮਾਂ ਮੈਨੂੰ ਹੈਰਾਨੀ ਦੇ ਨਾਲ ਦੇਖਣ ਲੱਗੀ, ਕਹਿਣ ਲੱਗੀ, ਪਾਗਲ ਹੋ ਗਏ ਹੋ ਕਿ ਇਹ ਕਿਸ ਤਰ੍ਹਾਂ ਦੀ ਬਕਵਾਸ ਕਰ ਰਹੇ ਹੋ? ਉਹ ਤੁਹਾਡੀ ਪਤਨੀ ਹੈ, ਉਹ ਤੁਹਾਡੇ ਬੱਚੇ ਦੀ ਮਾਂ ਬਣਨ ਵਾਲੀ ਹੈ। ਮੈਂ ਕਿਹਾ, ਮਾਂ, ਪਰ ਮੈਂ ਅੱਜ ਤੱਕ ਉਸ ਨੂੰ ਹੱਥ ਵੀ ਨਹੀਂ ਲਗਾਇਆ। ਉਸਦੇ ਨਾਲ ਰਿਸ਼ਤਾ ਬਣਾਉਣਾ ਤਾਂ ਦੂਰ ਦੀ ਗੱਲ ਹੈ। ਮੇਰੀ ਇਸ ਗੱਲ ਤੇ ਮੇਰੀ ਮਾਂ ਦਾ ਮੂੰਹ ਹੈਰਾਨੀ ਦੇ ਨਾਲ ਖੁੱਲੇ ਦਾ ਖੁੱਲਾ ਰਹਿ ਗਿਆ ਸੀ। ਉੱਥੇ ਪਰੀ ਦੀਆਂ ਅੱਖਾਂ ਵੀ ਹੈਰਾਨੀ ਨਾਲ ਵੱਡੀਆਂ ਹੋ ਗਈਆਂ ਸਨ। ਮੈਂ ਕਿਹਾ, ਦੱਸੋ, ਪਰੀ ਕਿਸ ਦਾ ਗੰਦਾ ਖੂਨ ਹੈ? ਪਰੀ ਮੇਰੀ ਇਸ ਗੱਲ ਤੇ ਹੈਰਾਨ ਹੋ ਕੇ ਸੋਫੇ ਤੇ ਡਿੱਗ ਗਈ, ਜਦੋਂ ਕਿ ਮੇਰੀ ਮਾਂ ਕਦੇ ਮੈਨੂੰ ਅਤੇ ਕਦੇ ਪਰੀ ਨੂੰ ਦੇਖ ਰਹੀ ਸੀ। ਮੈਂ ਪਰੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਸੀ। ਤੇ ਦੱਸੋ ਪਰੀ, ਕਿਸ ਦਾ ਗੰਦਾ ਖੂਨ ਤੁਹਾਡੇ ਪੇਟ ਦੇ ਅੰਦਰ ਪਲ ਰਿਹਾ ਹੈ ਅਤੇ ਜਿਸ ਨੂੰ ਤੁਸੀਂ ਮੇਰਾ ਨਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹੋ? ਮੈਂ ਅੱਜ ਤੱਕ ਤੁਹਾਨੂੰ ਹੱਥ ਨਹੀਂ ਲਗਾਇਆ, ਫਿਰ ਇਹ ਬੱਚਾ ਮੇਰਾ ਕਿਵੇਂ ਹੋ ਸਕਦਾ ਹੈ? ਪਰੀ ਦੀਆਂ ਵੱਡੀਆਂ ਵੱਡੀਆਂ ਅੱਖਾਂ ਦੇ ਵਿੱਚ ਹੰਝੂ ਆਉਣ ਲੱਗੇ ਸਨ। ਪਹਿਲੀ ਵਾਰ ਉਸ ਦੀਆਂ ਅੱਖਾਂ ਦੇ ਵਿੱਚ ਮੈਂ ਆਪਣੇ ਲਈ ਨਫ਼ਰਤ ਦੇ ਭਾਵ ਦੇਖੇ ਸਨ। ਉਹ ਇੱਕਦਮ ਸੋਫੇ ਤੋਂ ਉੱਠ ਕੇ ਖੜੀ ਹੋ ਗਈ। ਉਹ ਮੇਰੇ ਸਾਹਮਣੇ ਆਈ ਅਤੇ ਕਹਿਣ ਲੱਗੀ, ਸਤੀਸ਼, ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਪਿਆਰ ਦੇ ਨਾਲ ਤੁਹਾਨੂੰ ਹਾਸਲ ਕਰ ਲਵਾਂਗੀ, ਤੁਹਾਨੂੰ ਬਦਲ ਦਿਆਂਗੀ। ਮੇਰੇ ਪਿਆਰ ਦੇ ਅੱਗੇ ਤੁਸੀਂ ਹਾਰ ਜਾਓਗੇ, ਪਰ ਨਹੀਂ, ਤੁਸੀਂ ਇੱਕ ਬਹੁਤ ਹੀ ਘਟੀਆ ਤੇ ਗਿਰੇ ਹੋਏ ਇਨਸਾਨ ਹੋ। ਮੇਰੇ ਪਿਆਰ ਦੇ ਲਾਇਕ ਨਹੀਂ ਹੋ ਤੁਸੀਂ। ਇਹ ਬੱਚਾ ਜੋ ਮੇਰੇ ਪੇਟ ਦੇ ਵਿੱਚ ਪਲ ਰਿਹਾ ਹੈ ਨਾ, ਇਹ ਤੁਹਾਡਾ ਹੀ ਖੂਨ ਹੈ ਅਤੇ ਇਸ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਪਰ ਅੱਜ ਤੁਸੀਂ ਮੇਰੇ ਬੱਚੇ ਨੂੰ ਝੁਠਲਾ ਕੇ ਮੇਰੇ ਤੇ ਬਹੁਤ ਘਟੀਆ ਆਰੋਪ ਲਗਾਇਆ ਹੈ। ਮੈਂ ਆਪਣੇ ਬੱਚੇ ਨੂੰ ਜਨਮ ਦਿਆਂਗੀ, ਉਸ ਨੂੰ ਇਸ ਦੁਨੀਆ ਦੇ ਵਿੱਚ ਲੈ ਕੇ ਵੀ ਆਵਾਂਗੀ, ਉਸ ਦੀ ਪਰਵਰਿਸ਼ ਵੀ ਮੈਂ ਇਕੱਲੀ ਕਰਾਂਗੀ, ਪਰ ਅੱਜ ਤੋਂ ਮੇਰਾ ਅਤੇ ਤੁਹਾਡਾ ਹਰ ਇੱਕ ਰਿਸ਼ਤਾ ਖਤਮ ਹੈ।
ਅਤੇ ਹਾਂ, ਬੱਚੇ ਦੀ ਪੈਦਾਇਸ਼ ਤੋਂ ਬਾਅਦ ਮੈਂ ਇਸ ਦਾ DNA ਟੈਸਟ ਵੀ ਕਰਵਾਵਾਂਗੀ ਅਤੇ ਉਸ ਦੀ ਰਿਪੋਰਟ ਮੈਂ ਤੁਹਾਡੇ ਮੂੰਹ ਤੇ ਮਾਰਾਂਗੀ। ਹੁਣ ਇਹ ਭੁੱਲ ਜਾਓ ਕਿ ਕਦੇ ਵੀ ਮੈਂ ਅਤੇ ਮੇਰਾ ਬੱਚਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਵਾਂਗੇ। ਇਹ ਕਹਿ ਕੇ ਪ੍ਰਿਯੰਕਾ ਉੱਥੇ ਰੁਕੀ ਨਹੀਂ ਸੀ, ਬਲਕਿ ਉਹ ਪੌੜੀਆਂ ਉੱਤਰ ਕੇ ਹੇਠਾਂ ਆਪਣੀ ਮਾਂ ਦੇ ਕੋਲ ਚਲੀ ਗਈ ਸੀ। ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਸੀ। ਮੈਂ ਨਫ਼ਰਤ ਅਤੇ ਗੁੱਸੇ ਦੀ ਅੱਗ ਦੇ ਵਿੱਚ ਕੁਝ ਜ਼ਿਆਦਾ ਹੀ ਅੱਗੇ ਵੱਧ ਗਿਆ ਸੀ। ਮੇਰੀ ਮਾਂ ਹੈਰਾਨੀ ਦੇ ਨਾਲ ਮੇਰੇ ਵੱਲ ਦੇਖ ਰਹੀ ਸੀ। ਕਹਿਣ ਲੱਗੀ, ਸਤੀਸ਼, ਇਹ ਤੁਸੀਂ ਠੀਕ ਨਹੀਂ ਕੀਤਾ। ਤੇਰੀ ਮਾਂ ਹਾਂ, ਮੈਂ ਸਭ ਕੁਝ ਜਾਣਦੀ ਹਾਂ। ਤੁਸੀਂ ਨਫ਼ਰਤ ਦੀ ਅੱਗ ਦੇ ਵਿੱਚ ਇਹ ਸਭ ਕੁਝ ਕੀਤਾ ਹੈ। ਮੈਂ ਪਰੀ ਨੂੰ ਬਚਪਨ ਤੋਂ ਜਾਣਦੀ ਹਾਂ। ਉਹ ਭਲਾ ਹੀ ਜਿੱਦੀ ਹੈ, ਘਮੰਡੀ ਹੈ, ਪਰ ਚਰਿੱਤਰਹੀਣ ਨਹੀਂ ਹੈ। ਉਹ ਬੱਚਾ ਤੇਰਾ ਹੀ ਹੈ ਨਾ? ਦੱਸ। ਮੇਰੀ ਮਾਂ ਮੇਰੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਸਵਾਲ ਕਰ ਰਹੀ ਸੀ ਅਤੇ ਮੈਂ ਮਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਝੂਠ ਨਹੀਂ ਬੋਲ ਸਕਿਆ। ਮੈਂ ਉਹਨਾਂ ਤੋਂ ਨਜ਼ਰਾਂ ਝੁਕਾ ਗਿਆ ਸੀ। ਅਚਾਨਕ ਮੇਰੀ ਮਾਂ ਦਾ ਹੱਥ ਮੇਰੇ ਉੱਤੇ ਉੱਠਿਆ ਅਤੇ ਮੇਰੀ ਗੱਲ ਤੇ ਨਿਸ਼ਾਨ ਛੱਡ ਗਿਆ। ਕਹਿਣ ਲੱਗੀ, ਮੈਂ ਇਸ ਤਰ੍ਹਾਂ ਦੀ ਪਰਵਰਿਸ਼ ਤਾਂ ਨਹੀਂ ਕੀਤੀ ਸੀ ਤੇਰੀ, ਸਤੀਸ਼, ਕਿ ਤੂੰ ਇੱਕ ਔਰਤ ਦੀ ਇੱਜ਼ਤ ਤੇ ਉਂਗਲੀ ਚੱਕ ਦੇਵੇ। ਤੂੰ ਜਾਣਦਾ ਹੈ ਨਾ ਕਿ ਔਰਤ ਦੀ ਇੱਜ਼ਤ ਕੰਚ ਦੀ ਤਰ੍ਹਾਂ ਹੁੰਦੀ ਹੈ ਅਤੇ ਅੱਜ ਤੁਸੀਂ ਇਸ ਲੜਕੀ ਦੀ ਇੱਜ਼ਤ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਤੈਨੂੰ ਕਦੇ ਵੀ ਮਾਫ਼ ਨਹੀਂ ਕਰਾਂਗੀ। ਮੇਰੀ ਮਾਂ ਇਹ ਕਹਿ ਕੇ ਕਮਰੇ ਦੇ ਅੰਦਰ ਚਲੀ ਗਈ ਅਤੇ ਮੈਂ ਉੱਥੇ ਹੀ ਸੋਫੇ ਤੇ ਬੈਠ ਗਿਆ ਸੀ। ਕਾਫੀ ਸਮੇਂ ਤੱਕ ਮੈਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਮੈਂ ਜੋ ਕੁਝ ਵੀ ਕੀਤਾ ਹੈ ਸਹੀ ਕੀਤਾ ਹੈ। ਉਹ ਲੋਕ ਇਸ ਦੇ ਹੀ ਹੱਕਦਾਰ ਹਨ, ਪਰ ਮੇਰਾ ਦਿਲ ਮੈਨੂੰ ਸ਼ਰਮਿੰਦਾ ਕਰ ਰਿਹਾ ਸੀ। ਮੈਂ ਚੁੱਪਚਾਪ ਉੱਠ ਕੇ ਆਪਣੇ ਕਮਰੇ ਦੇ ਵਿੱਚ ਆ ਗਿਆ। ਅੱਜ ਪਹਿਲੀ ਵਾਰ ਮੈਨੂੰ ਮੇਰਾ ਕਮਰਾ ਪਰੀ ਦੇ ਬਿਨਾਂ ਸੁੰਨਾ ਲੱਗ ਰਿਹਾ ਸੀ। ਇਹ ਪਹਿਲੀ ਵਾਰ ਸੀ ਕਿ ਪਰੀ ਮੇਰੇ ਕਮਰੇ ਦੇ ਵਿੱਚ ਨਹੀਂ ਸੀ। ਇੰਨੇ ਮਹੀਨਿਆਂ ਦੇ ਵਿੱਚ ਪਰੀ ਇੱਕ ਵਾਰ ਵੀ ਆਪਣੀ ਮਾਂ ਦੇ ਕੋਲ 1-2 ਘੰਟਿਆਂ ਤੋਂ ਜ਼ਿਆਦਾ ਨਹੀਂ ਗਈ ਸੀ। ਉਹ ਹਮੇਸ਼ਾ ਮੇਰੇ ਆਸੇ-ਪਾਸੇ ਰਹਿਣ ਦੀ ਕੋਸ਼ਿਸ਼ ਕਰਦੀ ਸੀ। ਮੇਰੇ ਸਾਰੇ ਕੰਮ ਆਪਣੇ ਹੱਥ ਦੇ ਨਾਲ ਕਰਦੀ ਸੀ। ਮੈਂ ਉਸ ਤੇ ਬਹੁਤ ਜ਼ਿਆਦਾ ਜ਼ੁਲਮ ਕਰਦਾ, ਪਰ ਉਹ ਹੱਸ ਕੇ ਮੇਰੇ ਜ਼ੁਲਮ ਸਹਿੰਦੀ ਰਹਿੰਦੀ ਕਿ ਸ਼ਾਇਦ ਇਸ ਆਸ ਤੇ ਕਿ ਕਦੇ ਤਾਂ ਮੇਰੀ ਨਫ਼ਰਤ ਪਿਆਰ ਦੇ ਵਿੱਚ ਬਦਲੇਗੀ। ਪਰ ਅੱਜ ਮੈਂ ਕੀ ਕੀਤਾ? ਉਸ ਭੋਲੀ ਭਾਲੀ ਲੜਕੀ ਦੀ ਇੱਜ਼ਤ ਤੇ ਉਂਗਲੀ ਚੱਕ ਦਿੱਤੀ। ਖੁਦ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਬਹਿ ਕੇ ਮੇਰੀਆਂ ਗੱਲਾਂ ਤੇ ਆ ਗਏ ਸਨ, ਪਰ ਮੇਰੀ ਨਫ਼ਰਤ ਮੇਰੇ ਪੈਰ ਰੋਕ ਰਹੀ ਸੀ। ਮੈਂ ਪਰੀ ਦੇ ਕੋਲ ਜਾਣਾ ਚਾਹੁੰਦਾ ਸੀ, ਉਸ ਤੋਂ ਮਾਫ਼ੀ ਮੰਗਣਾ ਚਾਹੁੰਦਾ ਸੀ, ਪਰ ਮੈਂ ਆਪਣੇ ਆਪ ਨੂੰ ਉਸ ਤੋਂ ਮਾਫ਼ੀ ਮੰਗਣ ਦੇ ਲਈ ਤਿਆਰ ਨਹੀਂ ਕਰ ਸਕਿਆ ਸੀ। ਸਵੇਰੇ ਮਾਂ ਦੇ ਦਰਵਾਜ਼ਾ ਖੜਕਾਉਣ ਤੇ ਮੇਰੀ ਅੱਖ ਖੁੱਲੀ ਸੀ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ ਮਾਂ ਘਬਰਾ ਕੇ ਖੜੀ ਸੀ। ਕਹਿਣ ਲੱਗੀ, ਸਤੀਸ਼, ਪਰੀ ਦੀ ਹਾਲਤ ਬਹੁਤ ਖਰਾਬ ਹੈ। ਰਾਤ ਨੂੰ ਹੀ ਉਸ ਦੀ ਸਿਹਤ ਖਰਾਬ ਹੋ ਗਈ ਸੀ। ਉਸ ਨੂੰ ਹਸਪਤਾਲ ਲੈ ਕੇ ਗਏ ਹਨ। ਉਸ ਦੇ ਮਾਤਾ ਪਿਤਾ, ਜਲਦੀ ਚੱਲੋ, ਉਹ ਅਜੇ ਤੱਕ ਹੋਸ਼ ਦੇ ਵਿੱਚ ਨਹੀਂ ਆਈ ਹੈ। ਮੈਂ ਮਾਂ ਦੇ ਨਾਲ ਹਸਪਤਾਲ ਪਹੁੰਚ ਚੁੱਕਿਆ ਸੀ। ਉਹ ਐਮਰਜੈਂਸੀ ਰੂਮ ਦੇ ਵਿੱਚ ਸੀ। ਮੈਨੂੰ ਦੇਖਦੇ ਹੀ ਪਰੀ ਦੇ ਮਾਤਾ ਪਿਤਾ ਮੇਰੇ ਕੋਲ ਆਏ ਸਨ। ਕਹਿਣ ਲੱਗੇ, ਕੀ ਹੋਇਆ ਸੀ ਸਾਡੀ ਬੱਚੀ ਨੂੰ? ਰਾਤ ਨੂੰ ਉਹ ਰੋਂਦੀ ਰੋਂਦੀ ਸਾਡੇ ਘਰ ਆਈ ਸੀ ਅਤੇ ਆਪਣੇ ਕਮਰੇ ਦੇ ਵਿੱਚ ਜਾ ਕੇ ਬੰਦ ਹੋ ਗਈ ਸੀ। ਸਾਡੇ ਪੁੱਛਣ ਤੇ ਵੀ ਉਸਨੇ ਕੁਝ ਨਹੀਂ ਦੱਸਿਆ ਅਤੇ ਅੱਧੀ ਰਾਤ ਦੇ ਸਮੇਂ ਉਹ ਆਪਣੇ ਕਮਰੇ ਦਾ ਸਾਰਾ ਸਮਾਨ ਤੋੜ ਰਹੀ ਸੀ। ਮੈਂ ਆਪਣੀ ਬੱਚੀ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਮੇਰੀਆਂ ਬਾਹਾਂ ਦੇ ਵਿੱਚ ਹੀ ਬੇਹੋਸ਼ ਹੋ ਗਈ ਸੀ। ਦੱਸੋ, ਕੀ ਹੋਇਆ ਸੀ ਤੁਹਾਡੇ ਦੋਨਾਂ ਦੇ ਵਿਚਕਾਰ? ਮੈਂ ਕੀ ਦੱਸਦਾ? ਮੇਰੀ ਮਾਂ ਵੀ ਚੁੱਪ ਖੜੀ ਸੀ ਅਤੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਕਿ ਪਰੀ ਦੀ ਇਸ ਹਾਲਤ ਦਾ ਜ਼ਿੰਮੇਦਾਰ ਮੈਂ ਸੀ। ਮੈਂ ਕਿਹਾ, ਆਂਟੀ, ਅਜਿਹਾ ਕੁਝ ਵੀ ਨਹੀਂ ਸੀ। ਸਾਡੇ ਦੋਹਾਂ ਦੀ ਇੱਕ ਛੋਟੀ ਜਿਹੀ ਲੜਾਈ ਹੋ ਗਈ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਪਰੀ ਇਸ ਗੱਲ ਨੂੰ ਇੰਨਾ ਜ਼ਿਆਦਾ ਸੀਰੀਅਸ ਲੈ ਲਵੇਗੀ। ਮੇਰੇ ਅੰਦਰ ਤਾਂ ਇੰਨੀ ਹਿੰਮਤ ਹੀ ਨਹੀਂ ਸੀ ਕਿ ਮੈਂ ਆਪਣੀ ਗਲਤੀ ਨੂੰ ਸਵੀਕਾਰ ਕਰ ਸਕਦਾ। ਮੈਂ ਪਹਿਲੀ ਵਾਰ ਪਰਮਾਤਮਾ ਦੇ ਸਾਹਮਣੇ ਜਾ ਕੇ ਖੜਾ ਹੋਇਆ ਸੀ, ਰੋ ਰੋ ਕੇ ਪਰੀ ਦੀ ਜਾਨ ਦੀ ਭੀਖ ਮੰਗ ਰਿਹਾ ਸੀ। ਅੱਜ ਜਦੋਂ ਉਹ ਲੜਕੀ ਮੌਤ ਦੇ ਦਰਵਾਜ਼ੇ ਤੇ ਖੜੀ ਸੀ ਤਾਂ ਮੈਨੂੰ ਉਹ ਬਹੁਤ ਜ਼ਿਆਦਾ ਆਪਣੇ ਨੇੜੇ ਮਹਿਸੂਸ ਹੋਈ ਸੀ। ਜਦੋਂ ਮੈਂ ਆਪਣੇ ਦਿਲ ਨੂੰ ਫਰੋਲਿਆ ਤਾਂ ਉਸ ਦੇ ਵਿੱਚ ਪਰੀ ਦੇ ਲਈ ਬਹੁਤ ਜ਼ਿਆਦਾ ਪਿਆਰ ਭਰਿਆ ਹੋਇਆ ਸੀ। ਕਦੋਂ ਮੈਂ ਉਸ ਨੂੰ ਪਿਆਰ ਕਰਨ ਲੱਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ। ਮੈਂ ਰੋ ਰੋ ਕੇ ਪਰਮਾਤਮਾ ਅੱਗੇ ਪ੍ਰਾਰਥਨਾ ਕਰ ਰਿਹਾ ਸੀ ਕਿ ਪਰਮਾਤਮਾ ਮੇਰੀ ਪਤਨੀ ਨੂੰ ਠੀਕ ਕਰ ਦੇ। ਜੇਕਰ ਉਸ ਨੂੰ ਅਤੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਤਾਂ ਮੈਂ ਕਦੇ ਵੀ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਾਂਗਾ। ਡਾਕਟਰ ਨੇ ਕਿਹਾ ਸੀ ਕਿ ਉਸ ਨੇ ਕਿਸੇ ਗੱਲ ਦਾ ਬਹੁਤ ਡੂੰਘਾ ਸਦਮਾ ਲਿਆ ਹੈ, ਇਸ ਕਰਕੇ ਉਹ ਬੇਹੋਸ਼ ਹੋ ਗਈ ਹੈ। ਡਾਕਟਰ ਨੇ ਹਿੰਮਤ ਦਿੱਤੀ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਥੋੜੇ ਸਮੇਂ ਦੇ ਵਿੱਚ ਇਸ ਨੂੰ ਹੋਸ਼ ਆ ਜਾਵੇਗਾ। ਅਤੇ ਫਿਰ ਮੇਰੇ ਚਿਹਰੇ ਤੇ ਇੱਕ ਸਕੂਨ ਭਰੀ ਮੁਸਕਾਨ ਆ ਗਈ ਸੀ। ਜਦੋਂ ਤੱਕ ਪਰੀ ਨੂੰ ਹੋਸ਼ ਨਹੀਂ ਆਇਆ ਸੀ ਮੈਂ ਉਸ ਦੇ ਕੋਲ ਹੀ ਬੈਠਾ ਰਿਹਾ ਅਤੇ ਜਦੋਂ ਪਰੀ ਨੇ ਅੱਖਾਂ ਖੋਲ੍ਹੀਆਂ ਤਾਂ ਮੇਰੇ ਦਿਲ ਦੇ ਵਿੱਚ ਸਕੂਨ ਉਤਰ ਗਿਆ ਸੀ। ਮੈਨੂੰ ਆਪਣੇ ਸਾਹਮਣੇ ਦੇਖ ਕੇ ਪਰੀ ਨੇ ਗੁੱਸੇ ਦੇ ਨਾਲ ਮੂੰਹ ਫੇਰ ਲਿਆ। ਮੈਂ ਪਰੀ ਦਾ ਹੱਥ ਫੜ ਲਿਆ। ਮੈਂ ਕਿਹਾ, ਦੇਖੋ ਪਰੀ, ਮੈਂ ਜੋ ਕੁਝ ਵੀ ਕੀਤਾ ਗਲਤ ਕੀਤਾ ਹੈ। ਮੈਂ ਮੰਨਦਾ ਹਾਂ ਕਿ ਮੈਨੂੰ ਉਹ ਸਭ ਕੁਝ ਨਹੀਂ ਕਰਨਾ ਚਾਹੀਦਾ ਸੀ। ਮਾਫ਼ ਕਰ ਦਿਓ ਪਲੀਜ਼। ਆਖਰੀ ਗਲਤੀ ਸਮਝ ਕੇ ਮੈਂ ਬੇਨਤੀ ਕਰਕੇ ਪਰੀ ਨੂੰ ਬੁਲਾਇਆ ਸੀ ਅਤੇ ਪਰੀ ਤਾਂ ਜਿਵੇਂ ਮੇਰੇ ਇੰਤਜ਼ਾਰ
ਪਿਆਰ ਦੇ ਵਿੱਚ ਹੀ ਬੈਠੀ ਸੀ। ਤੜਫ ਕੇ ਉੱਠੀ ਅਤੇ ਮੇਰੇ ਗਲ ਨਾਲ ਲੱਗ ਗਈ। ਕਹਿਣ ਲੱਗੀ, ਸਤੀਸ਼ ਤੁਸੀਂ ਬਹੁਤ ਬੁਰੇ ਹੋ, ਮੈਂ ਤੁਹਾਨੂੰ ਕਦੇ ਵੀ ਮਾਫ ਨਹੀਂ ਕਰਾਂਗੀ। ਤੁਸੀਂ ਮੇਰੇ ਕਰੈਕਟਰ ਤੇ ਉਂਗਲੀ ਚੱਕ ਦਿੱਤੀ। ਮੈਂ ਕਿਹਾ ਮੈਂ ਸਿਰਫ ਬਦਲਾ ਲੈਣ ਦੇ ਲਈ ਇਹ ਕਿਹਾ ਸੀ। ਹਾਲਾਂਕਿ ਮੈਂ ਇਸ ਗੱਲ ਦੀ ਦਿਲ ਤੋਂ ਗਵਾਹੀ ਦਿੰਦਾ ਹਾਂ ਕਿ ਤੁਹਾਡੇ ਕਰੈਕਟਰ ਦੇ ਵਿੱਚ ਕੋਈ ਦਾਗ ਨਹੀਂ ਹੈ। ਮੈਨੂੰ ਮਾਫ ਕਰ ਦਿਓ। ਪਰੀ ਗੁੱਸੇ ਦੇ ਬਦਲੇ ਦੀ ਅੱਗ ਦੇ ਵਿੱਚ ਮੈਂ ਕੁਝ ਜ਼ਿਆਦਾ ਹੀ ਬਹਿਕ ਗਿਆ ਸੀ। ਪਲੀਜ਼ ਮੈਨੂੰ ਮਾਫ ਕਰ ਦਿਓ। ਮੈਂ ਪਰੀ ਦੇ ਸਾਹਮਣੇ ਹੱਥ ਜੋੜ ਦਿੱਤੇ ਸੀ ਅਤੇ ਪਰੀ ਨੇ ਮੈਨੂੰ ਮਾਫ ਕਰ ਦਿੱਤਾ ਸੀ। ਮੈਂ ਪਰੀ ਨੂੰ ਆਪਣੇ ਨਾਲ ਆਪਣੇ ਘਰ ਲੈ ਆਇਆ ਅਤੇ ਜਦੋਂ ਮੈਂ ਉਸ ਦੇ ਨਾਲ ਪਿਆਰ ਦੇ ਨਾਲ ਪੇਸ਼ ਆਇਆ ਅਤੇ ਉਸਨੇ ਵੀ ਮੈਨੂੰ ਪਿਆਰ ਕੀਤਾ ਤਾਂ ਮੈਨੂੰ ਪਤਾ ਲੱਗਿਆ ਕਿ ਜ਼ਿੰਦਗੀ ਕਿੰਨੀ ਖੂਬਸੂਰਤ ਹੈ। ਮੇਰਾ ਪਿਆਰ ਪਾ ਕੇ ਪਰੀ ਵੀ ਖੁਸ਼ ਹੋ ਗਈ ਸੀ। ਅਸੀਂ ਦੋਵਾਂ ਨੇ ਆਪਣੀਆਂ ਸਾਰੀਆਂ ਪਿਛਲੀਆਂ ਗਲਤੀਆਂ ਨੂੰ ਭੁਲਾ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਮੈਂ ਪਰੀ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਕਿ ਉਹ ਪਿਛਲੇ ਸਾਰੇ ਦੁੱਖ ਭੁੱਲ ਗਈ ਸੀ। ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ, ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।